ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੂੰ ਅੱਜ ਦੀ ਸਿੱਖ ਮਿਸ਼ਨਰੀ ਕਾਲਜ ਵੱਲੋਂ ਲਗਾਈ ਜਾ ਰਹੀ ਰੋਜ਼ਾਨਾ ਗੁਰਮਤਿ ਕਲਾਸ ਵਿੱਚ ਜੀ ਆਇਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ, ਪਵਿੱਤਰ ਰਚਨਾ ਆਨੰਦ, ਜੋ ਰਾਮਕਲੀ ਰਾਗ ਨੂੰ ਦਰਜ ਹੈ, ਜਿਸ ਦੀਆਂ ਕੁੱਲ 24 ਪੌੜੀਆਂ ਹਨ। ਇਸ ਬਾਣੀ ਦੇ ਪਾਠ ਲਗਭਗ ਰੋਜ਼ ਹੀ ਪਰਿਵਾਰਾਂ ਵਿੱਚ ਹੁੰਦਾ ਹੈ। ਗੁਰਦੁਆਰਿਆਂ ਵਿੱਚ ਵੀ 5 ਪੌੜੀਆਂ, ਆਖਰੀ ਪੌੜੀ ਪਾਠ ਸੁਣਨ ਨੂੰ ਮਿਲਦਾ ਹੈ। ਇਸ ਪਾਠ ਦੀ ਬੜੀ ਵਾਰ ਵਿਚਾਰ ਅਸੀਂ ਆਰੰਭ ਕੀਤੀ ਹੋਈ ਹੈ। ਇਸ ਬਾਣੀ ਦੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ 917 ਅੰਕਾਂ ਵਾਲੀ ਬਾਣੀ ਆਰੰਭ ਕੀਤੀ ਹੈ, ਜਿਸ ਵਿੱਚੋਂ ਅਸੀਂ ਪਿਛਲੀਆਂ 18 ਪੌੜੀਆਂ ਦੇ ਵਿਚਾਰ ਕਰ ਚੁੱਕੇ ਹਾਂ। ਅੱਜ 19ਵੀਂ ਪੌੜੀ ਇਹ ਸੇਵਾ ਵੀਰ ਕੀਰਤਨ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਉਹ ਨਿਭਾ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਵਿਚਾਰ ਆਰੰਭ ਕੀਤੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਅਸੀਂ ਜਿਵੇਂ ਕਿ ਵੀਰ ਜੀ ਨੇ ਦੱਸਿਆ ਹੈ, 19ਵੀਂ ਪੌੜੀ ਦੀ ਵਿਚਾਰ ਸ਼ੁਰੂ ਕਰਨੀ ਹੈ ਜੀ। ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਇੱਕ ਵਾਰੀ ਪਾਠ ਕਰ ਲਈਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿਨੀ ਜਨਮ ਜੋ ਹੈ ਹਾਰਿਆ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉਤਮ, ਸੋ ਸੁਣੈ ਨਾਹੀ, ਫਿਰੈ ਜਿਉ ਬੇਤਾਲਿਆ। ਕਹੈ ਨਾਨਕ ਜਿਨ ਸੱਚ ਤਜਿਆ, ਪੂਰੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਉ ਮੈਲੇ ਬਾਹਰੋਂ ਨਿਰਮਲ। ਸਤਿਗੁਰੂ ਜੀ ਫਰਮਾ ਰਹੇ ਹਨ ਕਿ ਅਜਿਹੇ ਲੋਕ ਜੋ ਬਾਹਰੋਂ ਤਾਂ ਨਿਰਮਲ ਦਿਸਦੇ ਹਨ, ਪਰ ਅੰਦਰੋਂ ਭਾਵ ਜੀ ਤੋਂ, ਮਨ ਵਿੱਚੋਂ ਉਹ ਮੈਲੇ ਹਨ। ਇਹ ਕਿਸ ਤਰ੍ਹਾਂ ਹੋਇਆ ਕਿ ਬਾਹਰੋਂ ਨਿਰਮਲ ਤੇ ਬਾਹਰ ਅੰਦਰੋਂ ਜੋ ਹਨ ਉਹ ਮੈਲੇ ਹੁੰਦੇ ਹਨ। ਸਤਿਗੁਰੂ ਜੀ ਇੱਥੇ ਸਾਨੂੰ ਜੋ ਸਮਝਾ ਰਹੇ ਹਨ ਉਹ ਇਹ ਹੈ ਕਿ ਅਸੀਂ ਬਾਹਰੋਂ ਨਿਰਮਲ ਦਾ ਅਰਥ ਹੈ ਪਵਿੱਤਰ। ਪਵਿੱਤਰ ਦਾ ਅਰਥ ਹੈ ਕਿ ਜਦੋਂ ਅਸੀਂ ਆਪਣੇ ਧਾਰਮਿਕ ਕਰਮ ਕਰਕੇ ਬਾਹਰੀ ਤੌਰ ਦੇ ਉੱਤੇ ਅਸੀਂ ਆਪਣੇ ਆਪ ਨੂੰ ਪਵਿੱਤਰ ਭਾਵ ਨਿਰਮਲ ਜਨਤਾ ਦੇ ਸਾਹਮਣੇ, ਦੁਨੀਆ ਦੇ ਸਾਹਮਣੇ, ਜਗਤ ਦੇ ਸਾਹਮਣੇ ਅਸੀਂ ਨਿਰਮਲ ਰੂਪ ਦੇ ਵਿੱਚ ਜ਼ਾਹਰ ਕਰਦੇ ਹਾਂ। ਪਹਿਲੇ ਬਾਹਰੋਂ ਨਿਰਮਲ ਜੀਉ ਤਾਂ ਪਹਿਲੇ। ਹੁਣ ਇੱਥੇ ਸਤਿਗੁਰੂ ਜੀ ਜਿਹੜੀ ਗੱਲ ਸਾਨੂੰ ਸਮਝਾ ਰਹੇ ਹਨ ਉਹ ਇਹ ਹੈ
ਕਿ ਜਦੋਂ ਅਸੀਂ ਬਾਹਰੋਂ ਤਾਂ ਨਿਰਮਲ ਦਿਸਦੇ ਹਾਂ, ਭਾਵ ਬਾਹਰੋਂ ਅਸੀਂ ਪਵਿੱਤਰ ਦਿਸ ਰਹੇ ਹਾਂ। ਪਵਿੱਤਰ ਦਾ ਅਰਥ ਇੱਥੇ ਕੋਈ ਸਾਫ਼ ਕੱਪੜੇ ਪਾ ਕੇ ਨਹਾ ਧੋ ਕੇ ਆਪਣੇ ਆਪ ਨੂੰ ਸਰੀਰਕ ਤੌਰ ਤੇ ਸੁੰਦਰ ਕਰਨ ਵਾਲੀ ਗੱਲ ਨਹੀਂ ਹੈ। ਸਗੋਂ ਇੱਥੇ ਸਤਿਗੁਰੂ ਜੀ ਗੱਲ ਕਰ ਰਹੇ ਹਨ ਕਿ ਦਿਸ ਰਹੇ ਜਿਹੜੇ ਬੰਦੇ ਬਾਹਰੋਂ ਆਪਣੇ ਆਪ ਨੂੰ ਧਾਰਮਿਕ ਸ਼ੋਅ ਕਰਦੇ ਹਨ, ਧਾਰਮਿਕ ਤੌਰ ਤੇ ਚੰਗੇ ਕਹੇ ਜਾਣ ਵਾਲੇ ਕਰਮ ਕਰਦੇ ਹਨ, ਜਿਨ੍ਹਾਂ ਨੂੰ ਅਸੀਂ ਕਰਮ ਕਾਂਡ ਵੀ ਕਹਿ ਸਕਦੇ ਹਾਂ ਜਾਂ ਸਰੀਰ ਦੁਆਰਾ ਕੀਤੇ ਜਾਣ ਵਾਲੇ ਧਾਰਮਿਕ ਕਰਮ ਕਹਿ ਸਕਦੇ ਹਾਂ, ਤਾਂ ਉਹਨਾਂ ਨੂੰ ਅਸੀਂ ਬੜੇ ਧਾਰਮਿਕ, ਬੜੇ ਪਵਿੱਤਰ ਇਨਸਾਨ ਕਹਿੰਦੇ ਹਾਂ। ਤਾਂ ਉਹਨਾਂ ਦਾ ਜ਼ਿਕਰ ਸਤਿਗੁਰੂ ਜੀ ਇੱਥੇ ਕਰ ਰਹੇ ਹਨ। ਸਤਿਗੁਰੂ ਜੀ ਕਹਿ ਰਹੇ ਹਨ ਕਿ ਜਦੋਂ ਬੰਦਾ ਬਾਹਰੋਂ ਦਿਸਦੇ ਕਰਮ ਕਰਦਾ ਹੈ, ਪਰ ਉਹ ਕਰਮ ਸਿਰਫ ਬਾਹਰ ਤੱਕ ਰਹਿ ਜਾਂਦੇ ਹਨ, ਉਸ ਦੇ ਅੰਦਰ ਤੱਕ ਅਸਰ ਨਹੀਂ ਪਾਉਂਦੇ, ਉਸ ਦਾ ਅੰਦਰ ਜੋ ਜੀ ਹੈ, ਮਨ ਹੈ, ਉਹ ਉਸੇ ਤਰ੍ਹਾਂ ਹੀ ਮੈਲਾ ਰਹਿੰਦਾ ਹੈ ਜਿਵੇਂ ਪਹਿਲਾਂ ਸੀ। ਤਾਂ ਬਾਹਰੋਂ ਦੇਖਣ ਨੂੰ ਪਵਿੱਤਰ ਦਿਸਦੇ ਹਨ, ਪਰ ਮਨ ਦੇ ਵਿੱਚ ਵਿਕਾਰਾਂ ਦੀ ਮੈਲ ਭਰੀ ਹੁੰਦੀ ਹੈ। ਮਨ ਦੇ ਵਿੱਚ ਵਿਕਾਰਾਂ ਦੀ ਮੈਲ ਭਰੀ ਹੋਣ ਦੇ ਕਰਕੇ ਉਹਨਾਂ ਦੇ ਅੰਦਰੋਂ ਜੋ ਅੰਦਰ ਜੋ ਹੈ ਮਨ ਹੈ, ਉਹ ਮੈਲਾ ਹੀ ਰਹਿੰਦਾ ਹੈ। ਤੋ ਅਜਿਹੀ ਹਾਲਤ ਦੇ ਵਿੱਚ ਸਤਿਗੁਰੂ ਫਰਮਾ ਰਹੇ ਹਨ ਕਿ ਅਜਿਹੇ ਜੋ ਲੋਕ ਹਨ ਜਿਹੜੇ ਅੰਦਰੋਂ ਮੈਲੇ ਹਨ, ਬਾਹਰੋਂ ਨਿਰਮਲ ਹਨ, ਅਜਿਹੇ ਲੋਕ ਬਾਹਰੋਂ ਦੇਖਣ ਨੂੰ ਤਾਂ ਪਵਿੱਤਰ ਜਾਪਦੇ ਹਨ, ਪਰ ਜਿਹੜੇ ਬੰਦੇ ਬਾਹਰੋਂ ਪਵਿੱਤਰ ਦਿਸਦੇ ਹਨ, ਮਨੋਂ ਉਹਨਾਂ ਦੇ ਮੈਲ ਹੁੰਦੀ ਹੈ, ਉਹ ਵਿਕਾਰਾਂ ਦੇ ਨਾਲ ਭਰੇ ਹੋਏ ਹੁੰਦੇ ਹਨ। ਅਜਿਹੇ ਵਿਕਾਰੀ ਲੋਕ, ਉਹਨਾਂ ਨੇ ਇਉਂ ਸਮਝੋ ਕਿ ਆਪਣਾ ਜੀਵਨ ਇਸ ਤਰ੍ਹਾਂ ਵਿਅਰਥ ਗਵਾ ਦਿੱਤਾ, ਜਿਸ ਤਰ੍ਹਾਂ ਜਨਮ ਤਿੰਨੀ ਜਨਮ ਜੂਐ ਹਾਰਿਆ, ਜਿਸ ਤਰ੍ਹਾਂ ਕੋਈ ਜੁਆਰੀਆ ਆਪਣਾ ਜਨਮ ਹਾਰ ਜਾਏ। ਭਾਵ ਕਿ ਅਜਿਹੇ ਵਿਅਕਤੀ ਜੋ ਜੂਏ ਦੇ ਵਿੱਚ ਆਪਣਾ ਜਨਮ ਗਵਾ ਰਹੇ ਹੁੰਦੇ ਹਨ, ਉਹਨਾਂ ਦੇ ਨਾਲ ਸਤਿਗੁਰੂ ਜੀ ਕੰਪੇਅਰ ਕਰਦੇ ਹਨ ਕਿ ਬਾਹਰੋਂ ਨਿਰਮਲ ਦਿਸਣ ਵਾਲੇ, ਬਾਹਰੋਂ ਧਾਰਮਿਕ ਕਰਮ ਕਰਨ ਵਾਲੇ ਜਿਹੜੇ ਵਿਅਕਤੀ ਹਨ, ਉਹ ਵਿਅਕਤੀ ਅੰਦਰੋਂ ਮੈਲੇ ਹਨ, ਅੰਦਰੋਂ ਉਹਨਾਂ ਦੇ ਜਿਹੜੇ ਜੀ ਹੈ, ਮਨ ਹੈ, ਉਹ ਪਵਿੱਤਰ ਨਹੀਂ ਹੈ, ਬਾਹਰੋਂ ਉਹ ਪਵਿੱਤਰ ਹਨ। ਅਜਿਹੇ ਵਿਅਕਤੀਆਂ ਨੂੰ ਸਤਿਗੁਰੂ ਜੀ ਨੇ ਜੁਆਰੀਆਂ ਦੇ ਨਾਲ ਕੰਪੇਅਰ ਕੀਤਾ। ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਭਾਵ ਕਿ ਉਹ ਜਿਹੜੇ ਲੋਕ ਹਨ, ਉਹਨਾਂ ਨੂੰ ਅੰਦਰੋਂ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ ਹੈ। ਤ੍ਰਿਸ਼ਨਾ ਦਾ ਰੋਗ ਕੀ ਹੈ ਕਿ ਜਦੋਂ ਮਨ ਮੈਲਾ ਹੁੰਦਾ ਹੈ, ਤਾਂ ਮਨ ਮੈਲਾ ਕਿਉਂ ਹੁੰਦਾ ਹੈ? ਮਨ ਹੁੰਦਾ ਹੈ ਮੈਲਾ ਵਿਕਾਰਾਂ ਦੀ ਪਕੜ ਵਿੱਚ ਆ ਕੇ, ਮਾਇਆ ਦੀ ਪਕੜ ਦੇ ਵਿੱਚ ਆ ਕੇ। ਤਾਂ ਜਦੋਂ ਮਾਇਆ ਚੰਬੜ ਜਾਂਦੀ ਹੈ, ਤਾਂ ਮਾਇਆ ਦਾ ਜੋ ਨਿਸ਼ਾਨੀ ਹੁੰਦੀ ਹੈ, ਮਾਇਆ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਮਨ ਦੇ ਵਿੱਚ ਮਾਇਆ ਇਕੱਠੀ ਕਰਨ ਦਾ ਹਰ ਵੇਲੇ ਜੋ ਆਪਣੇ ਮਨ ਨੂੰ ਇੱਕ ਤਰ੍ਹਾਂ ਦਾ ਲਕਬ ਲੱਗੀ ਰਹਿੰਦੀ ਹੈ, ਉਸ ਨੂੰ ਤ੍ਰਿਸ਼ਨਾ ਕਿਹਾ ਜਾਂਦਾ ਹੈ ਕਿ ਹਰ ਵੇਲੇ ਮਾਇਆ ਇਕੱਠੀ ਕਰਨ ਦੀ ਜੋ ਗੱਲ ਹੈ, ਉਹ ਚੱਲਦੀ ਰਹਿੰਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਅੰਦਰੋਂ ਉਹਨਾਂ ਨੂੰ ਮਾਇਆ ਦੀ ਤ੍ਰਿਸ਼ਨਾ ਦਾ ਰੋਗ, ਭਾਰਾ ਰੋਗ ਜਿਹੜਾ ਹੈ, ਉਹ ਖਾਈ ਜਾ ਰਿਹਾ ਹੁੰਦਾ ਹੈ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਤਾਂ ਜਦੋਂ ਮਨ ਨੂੰ ਮਾਇਆ ਦਾ ਲਾਲਚ ਲੱਗਾ ਹੁੰਦਾ ਹੈ, ਤ੍ਰਿਸ਼ਨਾ ਲੱਗੀ ਹੁੰਦੀ ਹੈ, ਤਾਂ ਫਿਰ ਹੁੰਦਾ ਕੀ ਹੈ ਕਿ ਉਹਨਾਂ ਨੂੰ ਆਪਣੀ ਮੌਤ ਭੁੱਲ ਜਾਂਦੀ ਹੈ। ਉਹ ਸਿਰਫ ਮਾਇਆ ਇਕੱਠੀ ਕਰਨ ਵਾਲੀ ਧਿਆਨ ਦਿੰਦੇ ਹਨ। ਉਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਸਾਡਾ ਜੋ ਜੀਵਨ ਹੈ, ਇਹ ਲਿਮਿਟਿਡ ਹੈ, ਥੋੜੀ ਦੇਰ ਦਾ ਹੈ, ਥੋੜੀ ਦੇਰ ਪਿੱਛੋਂ ਇਹ ਜੀਵਨ ਖਤਮ ਹੋ ਜਾਣਾ ਹੈ, ਤੇ ਅੱਗੇ ਸਾਡਾ ਕੀ ਬਣਨਾ ਹੈ, ਸਾਡੇ ਜੀਵਨ ਦੇ ਅੰਤ ਉੱਤੇ ਸਾਡੀ ਕੀ ਅਵਸਥਾ ਬਣਨੀ ਹੈ। ਆਫਟਰ ਆਲ, ਇਹ ਜੋ ਜੀਵਨ ਅਸੀਂ ਬਿਤਾ ਰਹੇ ਹਾਂ, ਇਹ ਜੀਵਨ ਦੇ ਵਿੱਚ ਵੀ ਸਤਿਗੁਰੂ ਫਰਮਾਉਂਦੇ ਹਨ ਕਿ ਇਸ ਜਿਵੇਂ ਹਾਂ, ਇਹ ਸਾਰਾ ਅਸੀਂ ਬਿਤਾਇਆ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ।
ਉਹਨਾਂ ਨੂੰ ਯਾਦ ਨਹੀਂ ਰਹਿੰਦਾ। ਫਰਮਾ ਰਹੇ ਹਨ ਕਿ ਸਤਿਗੁਰੂ ਜੀ ਫਰਮਾ ਰਹੇ ਹਨ ਕਿ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਅਜਿਹੇ ਵਿਅਕਤੀਆਂ ਨੂੰ ਜੋ ਅੰਦਰੋਂ ਮੈਲੇ ਹਨ, ਬਾਹਰੋਂ ਆਪਣੇ ਆਪ ਨੂੰ ਬੜੇ ਧਰਮ ਕਰਮ ਕਰਨ ਵਾਲੇ ਸ਼ੋਅ ਕਰਦੇ ਹਨ ਜਗਤ ਦੇ ਸਾਹਮਣੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਾ ਹੁੰਦਾ ਹੈ ਅਤੇ ਉਹ ਮਰਨ ਮਨੋਂ ਵਿਸਾਰਿਆ, ਭਾਵ ਉਹਨਾਂ ਨੂੰ ਆਪਣੀ ਮੌਤ ਭੁੱਲ ਜਾਂਦੀ ਹੈ। ਉਹ ਸਿਰਫ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਧਾਰਮਿਕ ਦਿਸਣ ਲਈ, ਉਹ ਬਾਹਰੋਂ ਦਿਸਦੇ ਕਰਮਾਂ ਦੀ ਵਡਿਆਈ ਦੱਸਣ ਲਈ ਜੋ ਹੈ ਉਹ ਲੋਕਾਂ ਦੇ ਸਾਹਮਣੇ ਪਵਿੱਤਰ ਦਿਖਦੇ। ਅੱਗੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਵੇਦਾਂ ਮੈਂ ਨਾਮ ਉੱਤਮ, ਸੋ ਸੁਣੈ ਨਾਹੀਂ ਫਿਰੈ ਜਿਉ ਬੇਤਾਲਿਆ। ਭਾਵ ਅਜਿਹੇ ਜਿਹੜੇ ਵਿਅਕਤੀ ਹੁੰਦੇ ਹਨ ਜੋ ਅੰਦਰੋਂ ਤਾਂ ਮੈਲੇ ਹੁੰਦੇ ਹਨ, ਬਾਹਰੋਂ ਨਿਰਮਲ ਆਪਣੇ ਆਪ ਨੂੰ ਦਿਖਾ ਰਹੇ ਹੁੰਦੇ ਹਨ ਜਗਤ ਦੇ ਅੱਗੇ, ਉਹ ਜਦੋਂ ਧਾਰਮਿਕ ਕਰਮ ਕਰਕੇ ਆਪਣੇ ਆਪ ਨੂੰ ਪਵਿੱਤਰ ਨਿਰਮਲ ਦਿਖਾਣਾ ਚਾਹੁੰਦੇ ਹਨ ਤਾਂ ਉਹ ਨਾਲ ਦੇ ਨਾਲ ਵੇਦਾਂ ਮੈਂ ਨਾਮ ਉੱਤਮ, ਉਹ ਜੋ ਧਾਰਮਿਕ ਗ੍ਰੰਥ ਹੁੰਦੇ ਹਨ ਉਹਨਾਂ ਦੇ ਵਿੱਚੋਂ ਗੱਲ ਦੇ ਵਿੱਚ ਉਹਨਾਂ ਦੀਆਂ ਰੈਫਰੈਂਸਿਸ ਦਿੰਦੇ ਹਨ, ਉਹਨਾਂ ਨੂੰ ਕੋਟ ਦਿੰਦੇ ਹਨ ਕਿ ਬਈ ਧਰਮ ਪੁਸਤਕਾਂ ਦੇ ਵਿੱਚ ਇਸ ਤਰ੍ਹਾਂ ਕਿਹਾ ਗਿਆ ਹੈ ਤੇ ਮੈਂ ਉਹ ਕਰਮ ਕਰ ਰਿਹਾ ਹਾਂ। ਤਾਂ ਇਹ ਦੱਸਣ ਦੇ ਨਾਲ ਉਹ ਆਪਣੇ ਆਪ ਨੂੰ ਹੋਰ ਪਵਿੱਤਰਤਾ ਜਿਹੜੀ ਹੈ ਉਹਨੂੰ ਵਧਾਉਣ ਦੇ ਵਾਸਤੇ ਉਹ ਧਾਰਮਿਕ ਪੁਸਤਕਾਂ ਦੀਆਂ ਕੋਟੇਸ਼ਨਸ, ਉਹਨਾਂ ਦੀਆਂ ਪੰਕਤੀਆਂ, ਉਹਨਾਂ ਦੇ ਸ਼ਲੋਕ ਉਹ ਜੋ ਹਨ ਉਹ ਬਾਰ-ਬਾਰ ਦੱਸਦੇ ਹਨ ਤਾਂ ਕਿ ਉਹਨਾਂ ਨੇ ਜਿਹੜੀ ਪਵਿੱਤਰਤਾ ਦਿਖਾਣੀ ਹੁੰਦੀ ਹੈ ਆਪਣੀ ਜਿਹੜੀ ਧਾਰਮਿਕ ਕਰਮਾਂ ਦੇ ਨਾਲ, ਉਹਨੂੰ ਹੋਰ ਬਲ ਮਿਲ ਸਕੇ ਅਤੇ ਉਹ ਅਜਿਹੇ ਧਰਮ ਪੁਸਤਕਾਂ ਦੇ ਨਾਲ ਆਪਣੇ ਆਪ ਨੂੰ ਹੋਰ ਪਵਿੱਤਰ ਦੱਸ ਸਕੇ। ਪਰ ਉਹ ਦੱਸਦੇ ਤਾਂ ਜ਼ਰੂਰ ਹਨ, ਉਹਨਾਂ ਧਰਮ ਪੁਸਤਕਾਂ ਨੂੰ ਪੜ੍ਹਦੇ ਵੀ ਜ਼ਰੂਰ ਹਨ, ਪਰ ਹਰ ਧਰਮ ਪੁਸਤਕ ਦੇ ਵਿੱਚ ਪ੍ਰਭੂ ਦੇ ਨਾਲ ਜੁੜਨ ਦੀ ਜੋ ਸਿੱਖਿਆ ਦਿੱਤੀ ਗਈ ਹੁੰਦੀ ਹੈ ਉਹ ਲੋਕਾਂ ਨੂੰ ਦੱਸਦੇ ਹਨ, ਪਰ ਆਪਣੀ ਅਵਸਥਾ ਕੀ ਹੁੰਦੀ ਹੈ, ਸੋ ਸੁਣੈ ਨਾਹੀਂ। ਉਹਦੇ ਜੋ ਨਾਮ ਜਪਣ ਦਾ, ਵਾਹਿਗੁਰੂ ਦੇ ਨਾਲ ਜੁੜਨ ਦਾ, ਪ੍ਰਭੂ ਦੇ ਸ਼ਰਨ ਪੈਣ ਦਾ ਜੋ ਉਪਦੇਸ਼ ਦਿੱਤਾ ਹੁੰਦਾ ਹੈ ਉਹ ਉਸਦਾ ਆਪਣੇ ਉੱਤੇ ਅਸਰ ਨਹੀਂ ਹੁੰਦਾ। ਉਹ ਸੁਣਦੇ ਨਹੀਂ ਹਨ ਉਹਨੂੰ, ਉਹ ਲਾਗੂ ਨਹੀਂ ਕਰਦੇ ਹਨ ਆਪਣੇ ਜੀਵਨ ਦੇ ਵਿੱਚ, ਸੋ ਸੁਣੈ ਨਾਹੀਂ। ਭਾਵ ਕਿ ਹੁਣ ਤੱਕ ਸਤਿਗੁਰੂ ਜੀ ਨੇ ਜੋ ਗੱਲ ਕਹੀ ਹੈ ਕਿ ਜੋ ਲੋਕ ਆਪਣੇ ਆਪ ਨੂੰ ਪਵਿੱਤਰ, ਧਾਰਮਿਕ, ਨਿਰਮਲ ਦਿਖਾਉਣ ਦੇ ਵਾਸਤੇ ਬਾਹਰੋਂ ਦਿਸਦੇ ਸਰੀਰਕ ਤੌਰ ਦੇ ਉੱਤੇ ਜੋ ਧਰਮ ਕਰਮ ਹਨ ਉਹ ਕਰਦੇ ਰਹਿੰਦੇ ਹਨ, ਪਰ ਉਹਨਾਂ ਦਾ ਅੰਦਰ ਮੈਲਾ ਹੁੰਦਾ ਹੈ। ਉਹ ਆਪਣੇ ਆਪ ਨੂੰ ਪਵਿੱਤਰ ਦੱਸਣ ਦੇ ਵਾਸਤੇ ਧਰਮ ਪੁਸਤਕਾਂ ਦੀਆਂ ਕੋਟੇਸ਼ਨਸ ਵੀ ਬਾਰ-ਬਾਰ ਦਿੰਦੇ ਹਨ, ਬਾਰ-ਬਾਰ ਉਹਨਾਂ ਵਿੱਚੋਂ ਹਵਾਲੇ ਦਿੰਦੇ ਹਨ, ਪਰ ਉਹਨਾਂ ਵਿੱਚ ਜੋ ਉਪਦੇਸ਼ ਹੈ, ਜੋ ਅਸਲ ਉਪਦੇਸ਼, ਤੱਤ ਉਪਦੇਸ਼ ਹੈ, ਉਹ ਆਪ ਸੁਣਦੇ ਨਹੀਂ, ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕਰਦੇ। ਇਹ ਉਹਨਾਂ ਦੀ ਅਵਸਥਾ ਹੁੰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਇਹਨਾਂ ਦਾ ਫਿਰ ਜੀਵਨ ਕਿਵੇਂ ਗੁਜ਼ਰਦਾ ਹੈ, ਫਿਰੈ ਜਿਉ ਬੇਤਾਲਿਆ। ਬੇਤਾਲਿਆ ਦਾ ਅਰਥ ਹੁੰਦਾ ਹੈ, ਸ਼ਬਦੀ ਅਰਥ ਤਾਂ ਹੈ ਉਹ ਜੋ ਤਾਲ ਤੋਂ ਖੁੰਝੇ ਹੋਏ, ਪਰ ਬੇਤਾਲ ਦਾ ਲਫ਼ਜ਼ ਜੋ ਹੈ ਉਹ ਉਹਨਾਂ ਵਾਸਤੇ ਵਰਤਿਆ ਜਾਂਦਾ ਹੈ ਜਿਨ੍ਹਾਂ ਦੇ ਉੱਤੇ ਜ਼ਿੰਦਗੀ ਦੀ ਤਾਲ ਜਿਨ੍ਹਾਂ ਦੀ ਖੁੰਝੀ ਹੋਵੇ। ਔਰ ਇਹ ਜਿਵੇਂ ਜਿਨ੍ਹਾਂ ਨੂੰ ਅਸੀਂ ਭੂਤਨੇ ਕਹਿ ਦਿੰਦੇ ਹਾਂ, ਭੂਤ ਪ੍ਰੇਤ ਵੀ ਕਹਿ ਦਿੰਦੇ। ਅਸੀਂ ਸਾਰਿਆਂ ਨੇ ਕਹਾਣੀਆਂ ਸੁਣੀਆਂ ਹੋਈਆਂ ਹਨ ਵਿਕਰਮ ਤੇ ਬੇਤਾਲ ਦੀਆਂ। ਉਹ ਬੇਤਾਲ ਉਹਦੇ ਵਿੱਚ ਭੂਤ ਨੂੰ ਹੀ ਦਿਖਾਇਆ ਗਿਆ ਹੈ ਔਰ ਇੱਥੋਂ ਲਫ਼ਜ਼ ਤਾਂ ਭਾਵੇਂ ਤਾਲ ਤੋਂ ਨਿਕਲਿਆ ਹੈ, ਪਰ ਇਹ ਆਮ ਤੌਰ ਤੇ ਬੇਤਾਲਾ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਭੂਤਨਾ ਹੁੰਦਾ ਹੈ, ਜਿਹਦੇ ਕੰਮ ਭੂਤਾਂ ਵਰਗੇ ਹੁੰਦੇ ਆ। ਉਹ ਕਹਿੰਦੇ ਹਨ ਉਹ ਜਗਤ ਵਿੱਚ ਇਉਂ ਹੀ ਭਟਕਦੇ ਰਹਿੰਦੇ ਹਨ, ਇਉਂ ਹੀ ਵਿਚਰਦੇ ਹਨ ਜਿਵੇਂ ਕਿ ਭੂਤ ਨੇ, ਜਾਂ ਆਪਾਂ ਇਉਂ ਕਹੀਏ ਕਿ ਜੀਵਨ ਦੀ ਤਾਲ ਤੋਂ ਖੁੰਝੇ ਹੋਏ ਲੋਕ ਜਿਹੜੇ ਤੁਰੇ ਫਿਰਦੇ ਹੁੰਦੇ ਹਨ। ਭਾਵ ਉਹਨਾਂ ਨੂੰ ਜੀਵਨ ਜਿਉਣਾ ਨਹੀਂ ਆਉਂਦਾ, ਉਹ ਜੀਵਨ ਜਿਉਣ ਦਾ ਵੱਲ ਨਹੀਂ ਜਾਣਦੇ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਅਜਿਹੇ ਲੋਕ ਜੋ ਹਨ ਉਹ ਬਿਲਕੁਲ ਬੇਤਾਲੇ ਹੋ ਕੇ ਜੀਵਨ ਬਿਤਾਉਂਦੇ ਹਨ। ਤੇ ਸਤਿਗੁਰੂ ਕਹਿੰਦੇ ਹਨ, ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰੇ। ਭਾਵ ਅਜਿਹੇ ਲੋਕ ਜਿਨ੍ਹਾਂ ਨੇ ਸੱਚ ਨੂੰ ਛੱਡ ਦਿੱਤਾ ਹੈ, ਭਾਵ ਸੱਚ ਤੋਂ ਭਾਵ ਪ੍ਰਭੂ ਤੋਂ ਅਰਥ ਪ੍ਰਭੂ ਦਾ ਨਾਮ ਸਿਮਰਨ, ਪ੍ਰਭੂ ਦੇ ਅਨੁਸਾਰੀ ਜੀਵਨ ਜਿਉਣ ਦੀ ਗੱਲ ਹੈ ਕਿ ਜਿਨ੍ਹਾਂ ਨੇ ਪ੍ਰਭੂ ਦੀ ਸ਼ਰਨ ਨਹੀਂ ਗ੍ਰਹਿਣ ਕੀਤੀ, ਪ੍ਰਭੂ ਦੀ ਸ਼ਰਨ ਦੇ ਵਿੱਚ ਨਹੀਂ ਪਏ,
ਪਰ ਮਾਇਆ ਦੇ ਵਿੱਚ ਜਿਹੜੇ ਫਸੇ ਹੋਏ ਹਨ ਕੂੜੇ ਲਾਗੇ, ਜਿਨ ਸੱਚ ਤਜਿਆ ਭਾਵ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਨ ਛੱਡਿਆ ਹੋਇਆ ਹੈ, ਕੂੜੇ ਲਾਗੇ ਭਾਵ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ। ਔਰ ਉਹ ਜੋ ਮਾਇਆ ਦੇ ਮੋਹ ਵਿੱਚ ਫਸੇ ਹੋਣ ਕਰਕੇ ਜੀਵਨ ਨੂੰ ਬਾਹਰੋਂ ਦਿਖਾ ਦਿਖਾ ਕੇ ਕਿ ਸਾਡਾ ਜੀਵਨ ਬੜਾ ਚੰਗਾ ਹੈ, ਪਰ ਅਸਲ ਦੇ ਵਿੱਚ ਉਹਨਾਂ ਦਾ ਜੀਵਨ ਚੰਗਾ ਨਹੀਂ ਹੁੰਦਾ। ਉਹਨਾਂ ਦਾ ਕੀ ਹਾਲ ਹੈ? ਤਿੰਨੀ ਜਨਮ ਜੂਐ ਹਾਰਿਆ, ਭਾਵ ਉਹਨਾਂ ਨੇ ਜੁਆਰੀਆਂ ਦੇ ਵਾਂਗ ਆਪਣਾ ਜੀਵਨ ਜਿਹੜਾ ਹੈ ਉਹ ਗਵਾ ਲਿਆ ਹੈ। ਜਿਵੇਂ ਜੁਆਰੀ ਆਪਣੀ ਸਾਰੀ ਪੂੰਜੀ ਜੂਏ ਦੇ ਵਿੱਚ ਹਾਰ ਜਾਂਦਾ ਹੈ, ਅਜਿਹੇ ਲੋਕ ਆਪਣੇ ਜੀਵਨ ਦੀ ਪੂੰਜੀ ਜੋ ਹੈ ਉਹ ਆਪਣੇ ਜੁਆਰੀ ਵਾਂਗ ਹਾਰ ਜਾਂਦੇ ਹਨ ਤੇ ਇਸ ਜੀਵਨ ਨੂੰ ਇੱਕ ਹਾਰੇ ਹੋਏ ਜੁਆਰੀਏ ਵਾਂਗ ਖਤਮ ਕਰਦੇ ਹਨ। ਹਾਰੇ ਹੋਏ ਜੁਆਰੀਏ ਵਾਂਗ ਇਹ ਜੀਵਨ ਬਿਤਾ ਕੇ ਤੁਰ ਜਾਂਦੇ ਹਨ। ਹੁਣ ਇੱਥੇ ਸਤਿਗੁਰੂ ਜੀ ਨੇ ਜੋ ਸਾਨੂੰ ਸਮਝਾਇਆ ਹੈ ਉਹਦਾ ਅਗਰ ਅਸੀਂ ਸੰਬੰਧ ਕੰਟੈਕਸਟ ਜੋ ਹੈ ਪਿਛਲੀ ਪੌੜੀ ਦੇ ਨਾਲ ਅਸੀਂ ਜੋੜੀਏ, ਜਿਹਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਸਮਝਾਇਆ ਸੀ ਕਿ ਉਹ ਲੋਕ ਜਿਹੜੇ ਜਿਨ੍ਹਾਂ ਦੇ ਮਨ ਦੇ ਵਿੱਚ, ਪਿਛਲੀ ਪੌੜੀ ਸੀ, ਕਰਮੀ ਸਹਿਜ ਨਾ ਉਪਜੈ, ਵਿਨ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ, ਸਹਿਸਾ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ, ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਹੁਣ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਪਿਛਲੀ ਪੌੜੀ ਦੇ ਵਿੱਚ ਜਿਨ੍ਹਾਂ ਚੀਜ਼ਾਂ ਦਾ ਜ਼ਿਕਰ ਕੀਤਾ ਸੀ, ਇੱਕ ਤਾਂ ਇਹ ਸੀ ਕਿ ਮਨ ਦੇ ਵਿੱਚ ਜਦੋਂ ਸਹਿਸਾ ਹੁੰਦਾ ਹੈ, ਭਾਵ ਮਾਇਆ ਤੋਂ ਪੈਦਾ ਹੋਏ ਹੋਏ ਸਹਿਮ ਤੇ ਚਿੰਤਾ ਹੁੰਦੇ ਹਨ। ਜਦੋਂ ਮਨ ਦੇ ਵਿੱਚ ਮਾਇਆ ਤੋਂ ਪੈਦਾ ਹੋਏ ਸਹਿਮ ਤੇ ਚਿੰਤਾ ਹੁੰਦੇ ਹਨ ਤਾਂ ਮਨੁੱਖ ਉਹਨਾਂ ਨੂੰ ਦੂਰ ਕਰਨ ਲਈ ਹੋਰ ਮਾਇਆ, ਉਹੀ ਚੀਜ਼ਾਂ ਜਿਨ੍ਹਾਂ ਦੇ ਬਾਰੇ ਸਹਿਸੇ ਹੁੰਦੇ ਹਨ, ਉਹਨਾਂ ਨੂੰ ਹੋਰ ਇਕੱਠੇ ਕਰਨ ਦਾ ਯਤਨ ਕਰਦਾ ਹੈ ਔਰ ਮਾਇਆ ਦੇ ਵਿੱਚ ਹੋਰ ਡੂੰਘਾ ਵੱਧਦਾ। ਤਾਂ ਜਦੋਂ ਤੱਕ ਮਨ ਦੇ ਵਿੱਚ ਸਹਿਸਾ ਹੈ ਉਦੋਂ ਤੱਕ ਆਨੰਦ ਦੀ, ਸਹਿਜ ਦੀ, ਅਡੋਲਤਾ ਦੀ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਤੇ ਫਿਰ ਉਹ ਕਰਦਾ ਕੀ ਹੈ? ਕਰਮ ਕਰਦਾ ਹੈ, ਬਾਹਰੀ ਧਾਰਮਿਕ ਕਰਮ ਕਰਦਾ ਹੈ, ਪਰ ਉਹਨਾਂ ਦੇ ਨਾਲ ਆਨੰਦ ਪੈਦਾ ਨਹੀਂ ਹੁੰਦਾ, ਭਾਵ ਸਹਿਜ ਅਡੋਲਤਾ ਪੈਦਾ ਨਹੀਂ ਹੁੰਦੀ, ਕਰਮੀ ਸਹਿਜ ਨਾ ਹੋ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਹੋਰ ਇੱਕ ਦੋ ਚੀਜ਼ਾਂ ਦਾ ਜ਼ਿਕਰ ਕੀਤਾ ਸੀ ਉਹਦੇ ਵਿੱਚ, ਕਿ ਉਹ ਫਿਰ ਸੰਜਮ ਕਰ ਕਰਕੇ ਆਪਣੇ ਮਨ ਦੇ ਡਰ, ਆਪਣੇ ਮਨ ਦੀ ਅਵਸਥਾ ਨੂੰ ਠੀਕ ਕਰਨਾ ਚਾਹੁੰਦਾ ਹੈ, ਭਾਵ ਜਿਹੜੇ ਬਾਹਰ ਦੀਆਂ ਜੁਗਤੀਆਂ ਹਨ, ਸੰਜਮ ਹਨ, ਪਰਹੇਜ਼ ਹਨ, ਉਹ ਕਰਦਾ ਹੈ। ਕਿਸੇ ਦੇ ਹੱਥ ਦਾ ਖਾਣਾ ਹੈ, ਕਿਸੇ ਦਾ ਨਹੀਂ ਖਾਣਾ, ਇੱਕ ਕਿਸਮ ਦਾ ਖਾਣਾ ਹੈ, ਦੂਜਾ ਨਹੀਂ ਖਾਣਾ, ਕਿਸੇ ਖਾਸ ਜੁਗਤੀ ਨਾਲ ਜਿਵੇਂ ਭੋਜਨ ਬਣਾ ਕੇ ਖਾਣਾ ਹੈ। ਪਰ ਸਤਿਗੁਰੂ ਕਹਿੰਦੇ ਹਨ ਕਿ ਇਹਨਾਂ ਕਰਮਾਂ ਦੇ ਨਾਲ ਆਨੰਦ, ਮਨ ਦੀ ਅਡੋਲਤਾ, ਸਹਿਜ ਪੈਦਾ ਨਹੀਂ ਹੁੰਦਾ। ਨਾ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਔਰ ਜਦੋਂ ਤੱਕ ਮਨ ਦੇ ਵਿੱਚ ਸਹਿਸਾ ਹੈ, ਭਾਵ ਮਾਇਆ ਦੇ ਡਰ ਹਨ, ਚਿੰਤਾਵਾਂ ਹਨ, ਉਦੋਂ ਤੱਕ ਜਿਹੜਾ ਮਨ ਹੈ ਉਹ ਕੀ ਹੈ? ਸਹਿਸਾ ਜੀਓ ਮਲੀਨ ਹੈ। ਉਦੋਂ ਤੱਕ ਮਨ ਜਿਹੜਾ ਹੈ ਉਹ ਮੈਲਾ ਰਹਿੰਦਾ। ਤੋ ਸਤਿਗੁਰੂ ਜੀ ਮਨ ਮੈਲੇ ਦੀ ਗੱਲ ਜਿਹੜੀ ਹੈ, ਇਹ ਮਲੀਨ ਦੀ ਗੱਲ ਪਿਛਲੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਕੀਤੀ ਸੀ ਕਿ ਜਦੋਂ ਤੱਕ ਮਾਇਆ ਦੇ ਵਿੱਚ ਡੁੱਬੇ ਹੋਏ ਹਾਂ, ਮਾਇਆ ਦੇ ਸਹਿਸੇ, ਭਰਮ, ਭੁਲੇਖੇ, ਚਿੰਤਾਵਾਂ, ਸਹਿਮ ਇਹ ਸਾਡੇ ਮਨ ਦੇ ਉੱਤੇ ਹਨ, ਤਾਂ ਸਹਿਸਾ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਫਿਰ ਕਿਹੜੇ ਸੰਜਮ ਨਾਲ ਧੋਤਾ ਜਾਏ? ਭਾਵ ਕਿ ਜਿੰਨੇ ਮਰਜ਼ੀ ਸੰਜਮ ਕਰ ਲਓ, ਉਹਦੇ ਨਾਲ ਇਹ ਧੋਤਾ ਨਹੀਂ ਜਾ ਸਕਦਾ। ਇਹ ਜੋ ਮਲੀਨ ਹੈ, ਮੈਲ ਹੈ, ਉਹ ਨਹੀਂ ਧੋਤੀ ਜਾ ਸਕਦੀ। ਅੱਗੇ ਸਤਿਗੁਰਾਂ ਨੇ ਫਿਰ ਪਿਛਲੀ ਪੌੜੀ ਦੇ ਵਿੱਚ ਜਿਵੇਂ ਆਪਾਂ ਅੱਗੇ ਵਿਚਾਰ ਕੀਤੀ ਹੈ, ਫਿਰ ਸ਼ਬਦ ਦੇ ਵਿੱਚ ਲੱਗਣ ਦੀ, ਹਰ ਸਿਉ ਚਿਤ ਲਾਏ, ਤੇ ਫਿਰ ਗੁਰ ਪ੍ਰਸਾਦੀ, ਗੁਰੂ ਦੀ ਬਖਸ਼ਿਸ਼ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ ਸੀ। ਤਾਂ ਉਹ ਜੋ ਮਲੀਨ ਦੀ ਗੱਲ ਸਤਿਗੁਰਾਂ ਨੇ ਕੀਤੀ ਸੀ, ਹੁਣ ਇਸ ਪੌੜੀ ਦੇ ਵਿੱਚ ਸਾਨੂੰ ਹੋਰ ਖੋਲ ਕੇ ਸਮਝਾ ਰਹੇ ਹਨ ਕਿ ਜੀਓ ਮੈਲੇ ਬਾਹਰੋਂ ਨਿਰਮਲ। ਹੁਣ ਉਹ ਜਿਹੜੇ ਸਹਿ ਜੀਓ ਮਲੀਨ ਹੈ, ਭਾਵ ਬਾਹਰੀ ਕਰਮਾਂ ਦੇ ਨਾਲ ਜੀ ਜਿਹੜਾ ਹੈ ਉਹ ਮੈਲਾ ਹੀ ਰਹਿੰਦਾ ਹੈ, ਉਹਦੇ ਅੰਦਰ ਦੀ ਮੈਲ ਨਹੀਂ। ਜੇ ਅਸੀਂ ਸਹਿਜ ਨੂੰ, ਆਨੰਦ ਨੂੰ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਕੋਈ ਐਸਾ ਢੰਗ ਵਰਤਣਾ ਪਏਗਾ ਜਿਹਦੇ ਨਾਲ ਬੰਦਾ ਸਿਰਫ ਬਾਹਰੋਂ ਹੀ ਨਹੀਂ, ਉਹ ਅੰਦਰੋਂ ਵੀ ਪਵਿੱਤਰ ਹੋਵੇ। ਅੰਦਰ ਦੀ ਮੈਲ ਦਾ ਵੀ ਸਾਨੂੰ ਇਲਾਜ ਕਰਨਾ ਪਏਗਾ, ਕਿਉਂਕਿ ਜਦੋਂ ਅਸੀਂ ਬਾਹਰੋਂ ਦੇ ਕਰਮਾਂ ਦੇ ਉੱਤੇ ਅਸੀਂ ਸਟ੍ਰੈਸ ਦੇਈ ਜਾਵਾਂਗੇ,
ਉਦੋਂ ਤੱਕ ਅਸੀਂ ਇਸ ਅਵਸਥਾ ਤੱਕ ਨਹੀਂ ਪਹੁੰਚ ਸਕਦੇ। ਤੇ ਉਹ ਜੋ ਅਵਸਥਾ ਸਤਿਗੁਰੂ ਜੀ ਨੇ ਹੁਣ ਇਸ ਪੌੜੀ ਦੇ ਵਿੱਚ ਸਾਨੂੰ ਕਿਹਾ ਹੈ ਕਿ ਇਹ ਅਵਸਥਾ ਉਹ ਅਵਸਥਾ ਹੈ ਤਿੰਨੀ ਜਨਮ ਜੂਆ ਹਾਰੇ। ਫਿਰ ਅਸੀਂ ਇਹ ਜੋ ਜੀਵਨ ਦਾ ਸਾਨੂੰ ਇੱਕ ਵੱਡਾ ਸਰਮਾਇਆ ਅਕਾਲ ਪੁਰਖ ਨੇ ਦਿੱਤਾ ਹੈ, ਉਸ ਨੂੰ ਅਸੀਂ ਹਾਰੇ ਹੋਏ ਜੁਆਰੀਏ ਵਾਂਗ ਗਵਾ ਕੇ ਤੇ ਫਿਰ ਉਹਨੂੰ ਤੁਰ ਜਾਵਾਂਗੇ। ਸਾਡੇ ਹੱਥ ਪੱਲੇ ਕੁਝ ਨਹੀਂ ਪਏਗਾ, ਖਾਲੀ ਹੱਥ ਇੱਥੋਂ ਤੁਰ ਜਾਵਾਂਗੇ। ਪਰ ਇਹ ਜਨਮ ਹਾਰੀ ਦਾ ਕਿਉਂ ਹੈ? ਕਿਉਂਕਿ ਜਦੋਂ ਤੱਕ ਸਹਿਸੇ ਜੀਓ ਮਲੀਨ ਹੈ, ਜਿਵੇਂ ਪਿਛਲੀ ਪੌੜੀ ਸਤਿਗੁਰਾਂ ਨੇ ਕਿਹਾ ਸੀ, ਤੇ ਇਸ ਪੌੜੀ ਦੇ ਵਿੱਚ ਕੀ ਕਿਹਾ ਹੈ ਕਿ ਜੀਓ ਮੈਲੇ। ਜਦੋਂ ਤੱਕ ਸਾਡੇ ਜੀ ਦੇ ਅੰਦਰ, ਮਨ ਦੇ ਅੰਦਰ ਮਾਇਆ ਦੀ ਪਕੜ ਪ੍ਰਬਲ ਹੈ, ਮਾਇਆ ਤੋਂ ਪੈਦਾ ਹੋਏ ਡਰ ਤੌਖਲੇ ਹਨ, ਉਦੋਂ ਤੱਕ ਅਸੀਂ ਮਾਇਆ ਦੇ ਡਰ ਤੌਖਲਿਆਂ ਕਰਕੇ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਦੇ ਹਾਂ। ਸਿਕਿਉਰ ਕਰਨ ਲਈ ਉਹੀ ਮਾਇਆ ਜਿਹਦਾ ਡਰ ਹੈ ਉਹਨੂੰ ਹੋਰ ਇਕੱਠਾ ਕਰਦੇ ਹਾਂ। ਇਸੇ ਚੀਜ਼ ਨੂੰ ਸਤਿਗੁਰਾਂ ਨੇ ਕਿਹਾ ਹੈ ਕਿ ਇਹ ਤ੍ਰਿਸ਼ਨਾ ਵੱਡਾ ਰੋਗ। ਕਿਉਂਕਿ ਜਦੋਂ ਤੱਕ ਸਾਡਾ ਮਨ ਮੈਲਾ ਹੈ, ਭਾਵ ਮਾਇਆ ਦੀ ਪਕੜ ਦੇ ਵਿੱਚ ਹੈ, ਉਦੋਂ ਤੱਕ ਸਾਡੇ ਅੰਦਰ ਤ੍ਰਿਸ਼ਨਾ ਜੋ ਹੈ ਉਹ ਵੱਧਦੀ ਜਾਂਦੀ ਹੈ, ਵੱਡਾ ਰੂਪ ਲੈਂਦੀ ਜਾਂਦੀ ਹੈ। ਤਾਂ ਸਤਿਗੁਰੂ ਫਰਮਾ ਰਹੇ ਹਨ ਕਿ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਫਿਰ ਇਨਸਾਨ ਨੂੰ ਹੁੰਦਾ ਕੀ ਹੈ ਕਿ ਉਹਨੂੰ ਆਪਣੀ ਮੌਤ ਹੀ ਵਿਸਰ ਜਾਂਦੀ। ਔਰ ਕੁਦਰਤੀ ਗੱਲ ਹੈ, ਜਿਵੇਂ ਇੱਕ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਜਿਹੜਾ ਵਿਦਿਆਰਥੀ ਹੈ, ਉਹਨੂੰ ਆਪਣਾ ਇਮਤਿਹਾਨ ਹੀ ਵਿਸਰ ਜਾਏ ਕਿ ਮੇਰਾ ਕਦੀ ਇਮਤਿਹਾਨ ਹੋਣਾ ਹੈ, ਭਾਵ ਮੇਰੀ ਜਿਸ ਜਮਾਤ ਦੇ ਵਿੱਚ ਮੈਂ ਪੜ੍ਹ ਰਿਹਾ ਹਾਂ, ਇਹਦਾ ਕੋਈ ਆਖਰੀ ਦਿਨ ਆਉਣਾ ਹੈ, ਜਿਸ ਦਿਨ ਮੈਨੂੰ ਇਹ ਨਿਰਣਾ ਕਰਨਾ ਪੈਣਾ ਹੈ ਕਿ ਮੈਂ ਇਸ ਕਲਾਸ ਦੇ ਵਿੱਚ ਕੀ ਖੱਟਿਆ ਹੈ, ਕੀ ਸਿੱਖਿਆ ਹੈ। ਜੇ ਉਹਨੂੰ ਇਹ ਭੁੱਲ ਜਾਏਗਾ ਤਾਂ ਫਿਰ ਉਹ ਸਾਰਾ ਸਮਾਂ ਜੋ ਹੈ ਉਹ ਬੇਕਾਰ ਹੀ ਗਵਾ ਦਿੰਦਾ ਹੈ। ਤਾਂ ਉਹਨੂੰ ਸਤਿਗੁਰੂ ਜੀ ਨੇ ਕਿਹਾ ਹੈ ਕਿ ਤਿੰਨੀ ਜਨਮ ਜੂਏ ਹਾਰ। ਫਿਰ ਅਸੀਂ ਕੀ ਕਰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਸਿਰਫ ਧਾਰਮਿਕ ਜਿਹੜਾ ਹੈ, ਬਾਹਰੀ ਤੌਰ ਦੇ ਉੱਤੇ ਧਾਰਮਿਕ ਪ੍ਰਭਾਵ ਉਹ ਲੋਕਾਂ ਦੇ ਸਾਹਮਣੇ ਰੱਖ ਕੇ ਆਪਣੇ ਆਪ ਨੂੰ ਵੱਡਾ ਕਹਾ ਕੇ, ਧਾਰਮਿਕ ਵਿਅਕਤੀ ਕਹਾ ਕੇ, ਉੱਚਾ ਪਵਿੱਤਰ ਵਿਅਕਤੀ ਕਹਾ ਕੇ ਇਹ ਸਮਝਦੇ ਹਾਂ ਕਿ ਸਾਡਾ ਕੰਮ ਹੋ ਗਿਆ। ਧਾਰਮਿਕ ਗ੍ਰੰਥਾਂ ਦੇ ਵਿੱਚੋਂ ਅਸੀਂ ਪਾਠ ਵੀ ਕਰਦੇ ਹਾਂ, ਉਹਦੇ ਵਿੱਚੋਂ ਪੰਕਤੀਆਂ ਤੁਕਾਂ ਯਾਦ ਵੀ ਕਰਦੇ ਹਾਂ, ਉਹਨਾਂ ਨੂੰ ਲੋਕਾਂ ਸਾਹਮਣੇ ਕਹਿ ਕੇ ਪ੍ਰਭਾਵ ਵੀ ਪਾ ਲੈਂਦੇ ਹਾਂ। ਪਰ ਕਿਉਂਕਿ ਸਾਡੇ ਅੰਦਰ ਜੋ ਹੈ ਜੀਓ ਮੈਲੇ ਵਾਲੀ ਅਵਸਥਾ ਹੈ, ਅਸੀਂ ਆਪ ਉਹਨੂੰ ਨਹੀਂ ਸੁਣਦੇ। ਕਿਉਂਕਿ ਜੇ ਸੁਣਦੇ ਹੁੰਦੇ ਤਾਂ ਫਿਰ ਉਹ ਜੀਓ ਮੈਲੇ ਵਾਲੀ ਅਵਸਥਾ ਸਾਡੀ ਨਹੀਂ ਹੋਣੀ। ਅਖੀਰ ਦੇ ਵਿੱਚ ਜਾ ਕੇ ਸਤਿਗੁਰੂ ਜੀ ਨੇ ਇਹ ਜੋ ਅਵਸਥਾ ਹੈ ਕਿ ਅੰਦਰੋਂ ਅਸੀਂ ਮੈਲੇ ਹਾਂ, ਬਾਹਰੋਂ ਅਸੀਂ ਪਵਿੱਤਰ ਹਾਂ, ਉਹਨੂੰ ਹੋਰ ਸਤਿਗੁਰੂ ਜੀ ਖੋਲ ਕੇ ਉਹਦਾ ਤੱਤ ਜਿਵੇਂ ਕਹਿ ਲਈਏ ਉਹ ਕੱਢ ਕੇ ਸਾਡੇ ਸਾਹਮਣੇ ਰੱਖ ਦਿੱਤਾ ਉਹਨਾਂ ਨੇ ਕਿ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ। ਹੁਣ ਇਹ ਅਵਸਥਾ ਅਸਲ ਦੇ ਵਿੱਚ ਹੈ ਕੀ ਹੈ? ਜੀਓ ਮੈਲੇ ਬਾਹਰੋਂ ਨਿਰਮਲ ਦੀ, ਕਿ ਅਸੀਂ ਸੱਚ ਨੂੰ ਤਜਿਆ ਹੈ ਤੇ ਕੂੜ ਦੇ ਵਿੱਚ ਲੱਗੇ। ਤੇ ਇਹ ਜਿਵੇਂ ਪਹਿਲੀ ਪੰਕਤੀ ਦੇ ਵਿੱਚ ਸਤਿਗੁਰੂ ਨੇ ਕਿਹਾ ਕਿ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਆ ਹਾਰਿਆ। ਇਹਦਾ ਤੱਤ ਇਹ ਹੋ ਗਿਆ ਕਿ ਅਖੀਰ ਦੇ ਉੱਤੇ ਵੀ ਸਤਿਗੁਰੂ ਨੇ ਕਿਹਾ ਕਿ ਤਿੰਨੀ ਜਨਮ ਜੂਆ ਹਾਰਿਆ, ਪਰ ਇੱਥੇ ਉਹਨਾਂ ਨੇ ਲਫ਼ਜ਼ ਵਰਤੇ ਨੇ ਜਿਨ ਸੱਚ ਤਜਿਆ ਕੂੜੇ ਲਾਗੇ। ਭਾਵ ਇਹ ਜੋ ਅਵਸਥਾ ਬਾਹਰੋਂ ਆਪਣੇ ਆਪ ਨੂੰ ਪਵਿੱਤਰ ਤੇ ਨਿਰਮਲ ਦਿਖਾਉਣ ਦੀ ਹੈ, ਪਰ ਅੰਦਰ ਉਹਦੇ ਉੱਤੇ ਅਮਲ ਕਰਨ ਦੀ ਨਹੀਂ। ਇਹ ਅਸਲ ਦੇ ਵਿੱਚ ਅਵਸਥਾ ਹੈ ਕਿ ਇਹ ਕੂੜ ਦੇ ਵਿੱਚ ਲੱਗਣ ਦੀ ਅਵਸਥਾ ਹੈ, ਔਰ ਸੱਚ ਭਾਵ ਉਸ ਪ੍ਰਭੂ ਦੇ ਨਾਲ ਜੁੜਨ ਦੀ ਅਵਸਥਾ ਨਹੀਂ ਹੈ, ਉਹਨੂੰ ਛੱਡਣ ਦੀ ਅਵਸਥਾ ਹੈ। ਤੇ ਇਹ ਦੋਹਾਂ ਅਵਸਥਾਵਾਂ ਨੂੰ ਸਤਿਗੁਰੂ ਜੀ ਨੇ ਅਖੀਰਲੀ ਪੰਕਤੀ ਦੇ ਵਿੱਚ ਇਕੁਇਵਲੈਂਟ ਦੱਸ ਕੇ ਇੱਕੋ ਹੀ ਰਿਜ਼ਲਟ ਦੱਸ ਦਿੱਤਾ ਕਿ ਜਨਮ ਜੂਆ ਹਾਰ। ਭਾਵ ਸਪਸ਼ਟ ਹੈ ਕਿ ਬਾਹਰੀ ਧਾਰਮਿਕ ਕਰਮ ਕਾਂਡ, ਕਰਮ ਕਰਨੇ, ਸੰਜਮ ਕਰਨੇ, ਗੱਲ ਗੱਲ ਤੇ ਧਾਰਮਿਕ ਗ੍ਰੰਥਾਂ ਦੀਆਂ ਗੱਲਾਂ ਸੁਣਾਣੀਆਂ, ਅਜਿਹੇ ਵਿਅਕਤੀ ਜੋ ਹਨ ਇਹ ਅਸਲ ਦੇ ਵਿੱਚ ਮਾਇਆ ਦੇ ਵਿੱਚ ਹੀ ਲੱਗੇ ਹੋਏ ਹਨ। ਬਾਹਰੋਂ ਅਸੀਂ ਉਹਨਾਂ ਨੂੰ ਜਿੰਨੇ ਮਰਜ਼ੀ ਸਮਝੀ ਜਾਈਏ ਕਿ ਉਹ ਪਵਿੱਤਰ ਹਨ, ਅਸਲ ਵਿੱਚ ਉਹ ਕੂੜੇ ਲੱਗੇ ਹਨ। ਔਰ ਉਹ ਫਿਰੇ ਜਿਉਂ ਬੇਤਾਲਿਆਂ ਵਾਲੀ ਅਵਸਥਾ ਹੈ, ਉਹ ਭੂਤਨਿਆਂ ਵਾਲੀ ਅਵਸਥਾ ਸਤਿਗੁਰੂ ਜੀ ਨੇ ਇੱਥੇ ਕਹੀ ਹੈ, ਬੇਤਾਲਿਆਂ ਵਾਲੀ ਅਵਸਥਾ। ਔਰ ਉਹਨਾਂ ਨੇ ਜਨਮ ਜੂਏ ਹਾਰਿਆ ਦੀ ਅਵਸਥਾ ਕਹੀ ਹੈ ਕਿ ਇਹ ਜਨਮ ਜੂਏ ਚ ਹਾਰੇ ਜੁਆਰੀ ਵਾਂਗ ਉਹਨਾਂ ਦੀ ਅਵਸਥਾ ਹੈ। ਕਿਉਂਕਿ ਬਾਹਰੋਂ ਜਦ ਤੱਕ ਅਸੀਂ ਧਾਰਮਿਕ ਕਰਮ ਕਰਕੇ ਆਪਣੇ ਆਪ ਨੂੰ ਨਿਰਮਲ ਸ਼ੋ ਕਰਦੇ ਹਾਂ, ਇਹ ਅਸਲ ਦੇ ਵਿੱਚ ਧਰਮ ਦਾ ਇਹਦੇ ਵਿੱਚ ਕੋਈ ਹਾਲ ਨਹੀਂ ਹੈ, ਕੋਈ ਮਤਲਬ ਇਹਦਾ ਲਿੰਕ ਨਹੀਂ ਹੈ, ਸਗੋਂ ਇਹ ਅਸਲ ਦੇ ਵਿੱਚ ਕੂੜੇ ਲਾਗੇ ਦੀ ਅਵਸਥਾ ਹੈ। ਆਓ ਅਗਲੀ ਪੌੜੀ ਦੀ ਵਿਚਾਰ ਸ਼ੁਰੂ ਕਰੀਏ।
ਜੀਉ ਨਿਰਮਲ ਬਾਹਰੋਂ ਨਿਰਮਲ। ਸਤਿਗੁਰ ਤੇ ਬਾਹਰੋਂ ਨਿਰਮਲ ਤਾਂ ਜੀਉ ਨਿਰਮਲ। ਸਤਿਗੁਰ ਤੇ ਕਰ ਕਮਾਣੀ। ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ। ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਹੁਣ ਸਤਿਗੁਰੂ ਜੀ ਦੂਜਾ ਜੋ ਪੱਖ ਹੈ, ਦੂਜਾ ਤਸਵੀਰ ਦਾ ਪਾਸਾ ਹੈ, ਉਹ ਲੋਕ ਜਿਹੜੇ ਪਹਿਲੀ ਪੌੜੀ ਵਿੱਚ ਜੋ ਅਵਸਥਾ ਡਿਸਕ੍ਰਾਈਬ ਸਤਿਗੁਰੂ ਜੀ ਨੇ ਕੀਤੀ ਹੈ ਕਿ ਅੰਦਰੋਂ ਮੈਲੇ ਤੇ ਬਾਹਰੋਂ ਨਿਰਮਲ, ਜਿਨ੍ਹਾਂ ਦੀ ਅਵਸਥਾ ਉਹ ਨਹੀਂ ਹੈ, ਸਗੋਂ ਕੀ ਹੈ, ਜੀਉ ਨਿਰਮਲ ਬਾਹਰੋਂ ਨਿਰਮਲ। ਭਾਵ ਬਾਹਰੋਂ ਤਾਂ ਨਿਰਮਲ ਪਵਿੱਤਰ ਸਾਨੂੰ ਦਿਸਦੇ ਹੀ, ਉਹ ਅੰਦਰੋਂ ਹੀ ਪਵਿੱਤਰ ਹੁੰਦੇ। ਪਰ ਇਹ ਹੁੰਦਾ ਕਿਸ ਤਰ੍ਹਾਂ ਹੈ, ਉਹ ਸਤਿਗੁਰੂ ਜੀ ਅਗਲੀ ਪੰਕਤੀ ਦੇ ਵਿੱਚ ਉਹਦਾ ਭੇਦ ਦੱਸ ਰਹੇ ਹਨ। ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਭਾਵ ਉਹ ਉਹਨਾਂ ਦਾ ਆਚਰਣ, ਉਹਨਾਂ ਦੀ ਕਰਨੀ, ਜੋ ਉਹ ਕੰਮ ਕਰ ਰਹੇ ਹੁੰਦੇ ਹਨ, ਉਹ ਜੋ ਕਮਾਈ ਕਰ ਰਹੇ ਹੁੰਦੇ ਹਨ ਇਹਨਾਂ ਕੰਮਾਂ ਦੀ, ਚੰਗੇ ਆਚਰਣ ਦੀ, ਉਹ ਕਿੱਥੋਂ ਉਹਨਾਂ ਨੂੰ ਮਿਲਦੀ ਹੈ? ਉਹ ਕੰਮ ਕਰਦੇ ਹਨ ਜੋ ਸਤਿਗੁਰ ਦੀ ਸਿੱਖਿਆ ਹੁੰਦੀ। ਸਤਿਗੁਰ ਤੇ ਕਰਨੀ ਕਮਾਣੀ। ਜੋ ਸਤਿਗੁਰੂ ਕਹਿੰਦਾ ਹੈ ਕਿ ਇਹ ਕੰਮ ਕਰੋ, ਇਹੋ ਜਿਹਾ ਆਚਰਣ ਬਣਾਓ, ਇਹੋ ਜਿਹੀ ਕਮਾਈ ਕਰੋ। ਜਿਹੜੇ ਵਿਅਕਤੀ ਸਤਿਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰਦੇ ਹਨ, ਇਹ ਉਹਨਾਂ ਦੀ ਅਵਸਥਾ ਹੈ ਜੀਉ ਨਿਰਮਲ ਬਾਹਰੋਂ ਨਿਰਮਲ। ਉਹ ਮਨੋਂ ਵੀ ਪਵਿੱਤਰ ਹਨ ਤੇ ਬਾਹਰੋਂ ਵੀ ਪਵਿੱਤਰ। ਭਾਵ ਕਿ ਉਹਨਾਂ ਦਾ ਜਗਤ ਦੇ ਨਾਲ ਵਰਤਾਰਾ ਵੀ ਪਵਿੱਤਰ ਤੇ ਸੁਚੱਜਾ ਹੁੰਦਾ ਹੈ। ਉਹ ਬਾਹਰੋਂ ਵੀ ਪਵਿੱਤਰ ਦਿਸਦੇ ਹਨ ਤੇ ਉਹ ਅੰਦਰੋਂ ਵੀ ਪਵਿੱਤਰ, ਸੁੱਚੇ, ਨਿਰਮਲ ਰਹਿੰਦੇ। ਅਜਿਹੇ ਬੰਦਿਆਂ ਦੀ ਅਵਸਥਾ ਕੀ ਹੁੰਦੀ ਹੈ? ਸਤਿਗੁਰੂ ਅਗਲੀ ਪੰਕਤੀ ਵਿੱਚ ਕਹਿੰਦੇ ਹਨ, ਕੂੜ ਕੀ ਸੋਏ ਪਹੁੰਚੈ ਮਨਸਾ ਸੱਚ ਸੁਣ। ਇੱਥੇ ਕੂੜ ਦਾ ਅਰਥ ਹੈ ਮਾਇਆ। ਮਾਇਆ ਦਾ ਜੋ ਪਿਆਰ ਹੁੰਦਾ ਹੈ, ਮਾਇਆ ਦਾ ਮੋਹ ਹੁੰਦਾ ਹੈ। ਸੋਏ ਪਹੁੰਚੈ ਨਹੀਂ, ਸੋਏ ਭਾਵ ਖਬਰ। ਉਹਨਾਂ ਦੇ ਮਨ ਦੀ ਐਸੀ ਅਵਸਥਾ ਹੁੰਦੀ ਹੈ ਕਿ ਉਹਨਾਂ ਨੂੰ ਜਿਸ ਤਰ੍ਹਾਂ ਮਾਇਆ ਦੇ ਮੋਹ ਦਾ ਪਤਾ ਵੀ ਨਹੀਂ ਹੈ, ਉਹਨਾਂ ਤੱਕ ਇਹ ਖਬਰ ਵੀ ਨਹੀਂ ਪਹੁੰਚਦੀ, ਸੋ ਵੀ ਨਹੀਂ ਪਹੁੰਚਦੀ। ਭਾਵ ਮਾਇਆ ਦੇ ਮੋਹ ਤੋਂ ਪੂਰੀ ਤਰ੍ਹਾਂ ਨਿਰਲੇਪ ਹੁੰਦੇ ਹਨ। ਉਹ ਰਹਿੰਦੇ ਮਾਇਆ ਦੇ ਵਿੱਚ ਹਨ, ਮਾਇਆ ਨੂੰ ਵਰਤਦੇ ਹਨ, ਦਾਸੀ ਬਣਾ ਕੇ ਵਰਤਦੇ ਹਨ, ਪਰ ਉਹਦੇ ਮੋਹ ਦੇ ਵਿੱਚ ਨਹੀਂ। ਉਹ ਮਾਇਆ ਨੂੰ ਛੱਡ ਕੇ ਜਾਂਦੇ ਕਿਤੇ ਨਹੀਂ। ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਉਹ ਮਾਇਆ ਦੇ ਮੋਹ ਵਿੱਚ ਨਹੀਂ ਫਸੇ। ਇਹ ਉਹ ਅਵਸਥਾ ਦੀ ਗੱਲ ਸਤਿਗੁਰੂ ਕਰ ਰਹੇ ਹਨ। ਤੇ ਮਨਸਾ ਸੱਚ ਸਮਾਣੀ। ਮਨਸਾ ਦਾ ਅਰਥ ਹੈ ਜੋ ਮਨ ਦੇ ਵਿੱਚ ਸਾਡੇ ਫੁਰਨੇ ਪੈਦਾ ਹੁੰਦੇ ਹਨ, ਉਹਨੂੰ ਮਨਸਾ ਕਿਹਾ ਜਾਂਦਾ ਹੈ। ਪਰ ਇਹਦਾ ਆਮ ਤੌਰ ਦੇ ਉੱਤੇ ਜਿਹੜੀ ਅਸੀਂ ਵਰਤੋਂ ਟ੍ਰੈਡੀਸ਼ਨਲੀ ਕਰਦੇ ਹਾਂ, ਮਨਸਾ ਦਾ ਅਰਥ ਹੁੰਦਾ ਹੈ ਜੋ ਮਨ ਦੇ ਵਿੱਚ ਮਾਇਆ ਦਾ ਫੁਰਨਾ ਪੈਦਾ ਹੁੰਦਾ ਹੈ। ਮਾਇਆ ਦੇ ਵਾਸਤੇ ਜੋ ਫੁਰਨੇ ਪੈਦਾ ਹੁੰਦੇ ਹਨ, ਮਾਇਆ ਇਕੱਠੀ ਕਰਨ ਲਈ, ਮਾਇਆ ਨੂੰ ਕਮਾਉਣ ਦੇ ਵਾਸਤੇ, ਮਾਇਆ ਦੇ ਵਿੱਚ ਖੱਚਤ ਹੋਣ ਵਾਲੇ ਜਿਹੜੇ ਫੁਰਨੇ ਹੁੰਦੇ ਹਨ, ਉਹਨਾਂ ਨੂੰ ਮਨਸਾ ਕਿਹਾ ਜਾਂਦਾ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਮਨਸਾ ਸੱਚ ਸਮਾਣੀ। ਸੱਚ ਦਾ ਅਰਥ ਹੈ ਪ੍ਰਭੂ ਦੇ ਵਿੱਚ, ਪ੍ਰਭੂ ਦੇ ਸਿਮਰਨ, ਪ੍ਰਭੂ ਦੀ ਯਾਦ, ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਸਮਾਣੀ। ਸਮਾਣੀ ਭਾਵ ਉਹਨਾਂ ਦੇ ਜਿਹੜੇ ਮਨ ਦੇ ਫੁਰਨੇ ਹੁੰਦੇ ਹਨ, ਉਹ ਵੀ ਸਿਮਰਨ ਦੇ ਵਿੱਚ ਹੀ ਸਮਾ ਜਾਂਦੇ ਹਨ। ਭਾਵ ਉਹ ਵੀ ਸਿਮਰਨ ਦੇ ਵਿੱਚ ਹੀ ਖਤਮ ਹੋ ਜਾਂਦੇ ਹਨ। ਭਾਵ ਉਹਨਾਂ ਦੇ ਮਨ ਦੇ ਵਿੱਚ ਮਾਇਆ ਦੇ ਫੁਰਨੇ ਖਤਮ ਹੋ ਜਾਂਦੇ ਹਨ ਤੇ ਮਨ ਦੇ ਵਿੱਚ ਸਿਰਫ ਪ੍ਰਭੂ ਦੀ ਯਾਦ ਦੇ ਹੀ ਫੁਰਨੇ ਰਹਿ ਜਾਂਦੇ ਹਨ। ਪ੍ਰਭੂ ਦੇ ਵਿੱਚ ਸਮਾਉਣ ਵਾਲੇ, ਪ੍ਰਭੂ ਦੇ ਸਿਮਰਨ ਦੇ ਵਿੱਚ ਸਮਾਉਣ ਵਾਲੇ, ਉਹਦੀ ਯਾਦ, ਉਹਦੀ ਸਿਫਤ ਸਲਾਹ ਦੇ ਵਿੱਚ ਸਮਾਉਣ ਵਾਲੇ ਫੁਰਨੇ ਹੀ ਬਣ ਜਾਂਦੇ। ਉਹ ਮੋਡੀਫਾਈ ਹੋ ਕੇ ਉਸ ਤਰ੍ਹਾਂ ਬਣ ਜਾਂਦੇ ਹਨ ਕਿ ਉਹਦੇ ਵਿੱਚ ਹੀ ਸਮਾ ਜਾਂਦੇ ਹਨ। ਮਾਇਆ ਦੇ ਫੁਰਨੇ ਖਤਮ ਹੋ ਜਾਂਦੇ ਹਨ,
ਸਗੋਂ ਹਰ ਵੇਲੇ ਵਿਚਾਰ ਪ੍ਰਭੂ ਦੇ ਨਾਲ ਜੁੜਨ ਦੇ ਹੀ ਜਿਹੜੇ ਉਹ ਮਨ ਦੇ ਵਿੱਚ ਆਉਂਦੇ ਹਨ। ਸਤਿਗੁਰੂ ਕਹਿੰਦੇ ਹਨ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾ। ਭਾਵ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ। ਵਣਜਾਰੇ ਦਾ ਭਾਵ ਉਹ ਹੈ, ਉਹ ਲੋਕ ਜੋ ਜਗਤ ਦੇ ਵਿੱਚ ਵਣਜ ਕਰਨ ਆਏ। ਹਰ ਬੰਦਾ ਇਸ ਜਗਤ ਦੇ ਵਿੱਚ ਕੋਈ ਨਾ ਕੋਈ ਵਣਜ ਕਰਨ ਆਇਆ ਹੈ। ਕੋਈ ਭਗਤੀ ਦਾ ਵਣਜ ਕਰਨ ਆਇਆ ਹੈ ਤੇ ਕੋਈ ਮਾਇਆ ਦਾ ਵਣਜ ਕਰਨ ਆਇਆ। ਅਸੀਂ ਆਪਣਾ ਸਮਾਂ ਦੇ ਕੇ, ਆਪਣਾ ਐਫਰਟ ਦੇ ਕੇ, એનર્ਜੀ ਦੇ ਕੇ ਕੀ ਖੱਟਦੇ ਹਾਂ, ਇਹ ਵਣਜ ਅਸੀਂ ਕਰ ਰਹੇ ਹਾਂ। ਪਰ ਜਿਹੜੇ ਲੋਕ ਉਸ ਪ੍ਰਭੂ ਦੇ ਸਿਮਰਨ ਦੇ ਵਿੱਚ ਮਨਸਾ ਸੱਚ ਸਮਾਣੀ ਵਾਲੀ ਅਵਸਥਾ 'ਚ ਜਾ ਰਹੇ ਹਨ, ਉਹਨਾਂ ਦੇ ਬਾਰੇ ਸਤਿਗੁਰੂ ਕਹਿ ਰਹੇ ਹਨ ਕਿ ਜਨਮ ਰਤਨ ਭਲੇ ਸੇਵਨ। ਭਾਵ ਕੀ ਕਿ ਜਿਹੜੇ ਆਤਮਿਕ ਆਨੰਦ ਦਾ, ਜਿਹੜਾ ਜੋ ਜਗਤ ਦੇ ਵਿੱਚੋਂ ਉਹ ਜਨਮ ਦੇ ਵਿੱਚ ਜਿਹੜਾ ਅਸੀਂ ਰਤਨ ਖੱਟਣਾ ਹੈ, ਸਹਿਜ ਅਵਸਥਾ ਦਾ, ਆਤਮਿਕ ਆਨੰਦ ਦਾ ਜੀਵਨ ਜੀਣ ਦਾ ਰਤਨ ਖੱਟਣਾ ਹੈ, ਇਹ ਜਨਮ ਦੇ ਵਿੱਚ ਅਸੀਂ ਉਹ ਵੱਖਰ ਲੈਣ ਆਏ ਹਾਂ। ਤੇ ਉਹ ਜਿਨ੍ਹਾਂ ਨੇ ਖੱਟ ਲਈ ਭਲੇ ਸੇ ਵਣਜਾਰੇ, ਉਹੀ ਚੰਗੇ ਵਪਾਰੀ ਕਹੇ ਜਾ ਸਕਦੇ ਹਨ। ਇਹ ਹੈ ਕੌਣ ਹਨ? ਜਿਹੜੇ ਸਤਿਗੁਰ ਤੇ ਕਰਨੀ ਕਮਾਣੀ, ਜਿਨ੍ਹਾਂ ਨੇ ਗੁਰੂ ਦੇ ਰੱਸੇ ਰਾਹ ਦੇ ਉੱਤੇ ਤੁਰ ਕੇ ਜਿਹੜਾ ਹੈ ਉਹ ਇਹ ਜਗਤ ਦੇ ਵਿੱਚ ਆਪਣਾ ਜੀਵਨ ਨੂੰ ਜੀਵਿਆ ਹੈ। ਆਪਣੇ ਜਗਤ ਦੇ ਵਿੱਚ ਆ ਕੇ ਜੋ ਵਣਜ ਕਰਨਾ ਸੀ, ਉਹ ਸਤਿਗੁਰ ਤੇ ਕਰਨੀ ਕਮਾਣੀ। ਭਾਵ ਉਹ ਕਰਨੀ ਕਮਾਈ ਹੈ ਜੋ ਸਤਿਗੁਰੂ ਨੇ ਕਹੀ ਹੈ, ਜਿਹੜੇ ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰੇ ਹਨ। ਫਿਰ ਜਿਹੜੇ ਅਜਿਹੇ ਲੋਕ ਹਨ, ਅਜਿਹੇ ਵਿਅਕਤੀ ਹਨ, ਉਹਨਾਂ ਨੇ ਆਪਣਾ ਜਨਮ ਜੋ ਹੈ ਉਹ ਸਫਲ ਕਰ ਲਿਆ ਹੈ। ਉਹ ਉਹਨਾਂ ਦੀ ਅਵਸਥਾ ਕੀ ਹੈ? ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਨਕ। ਹੁਣ ਉਹ ਲੋਕ ਜਿਨ੍ਹਾਂ ਦੇ ਉੱਤੇ, ਮਨ ਦੇ ਉੱਤੇ ਗੁਰੂ ਦੀ ਸਿੱਖਿਆ ਦਾ ਅਸਰ ਹੋ ਗਿਆ, ਮਨ ਪਵਿੱਤਰ ਹੋ ਗਿਆ, ਉਹ ਜਿਹੜੇ ਹਨ ਹਮੇਸ਼ਾ ਗੁਰੂ ਦੇ ਨਾਲ, ਗੁਰੂ ਦੇ ਨਜ਼ਦੀਕ ਰਹਿੰਦੇ ਹਨ, ਗੁਰੂ ਦੀ ਸ਼ਰਨ ਦੇ ਵਿੱਚ ਰਹਿੰਦੇ ਹਨ। ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ। ਹੁਣ ਇੱਥੇ ਸਤਿਗੁਰੂ ਜੀ ਸਾਨੂੰ ਇਸ ਪੌੜੀ ਦੇ ਵਿੱਚ ਦੂਜੀ ਜੋ ਕਿਸਮ ਦੇ ਲੋਕ ਹਨ, ਦੂਜੀ ਕਿਸਮ ਦੇ ਵਿਅਕਤੀ ਹਨ, ਉਹਨਾਂ ਦਾ ਜ਼ਿਕਰ ਕਰ ਰਹੇ ਹਨ। ਇਹ ਉਹ ਵਿਅਕਤੀ ਹਨ ਜਿਹੋ ਜਿਹੇ ਸਤਿਗੁਰੂ ਜੀ ਸਾਨੂੰ ਬਣਾਉਣਾ ਚਾਹੁੰਦੇ ਹਨ। ਉਹ ਸਾਨੂੰ ਉਪਦੇਸ਼ ਦੇ ਰਹੇ ਹਨ ਕਿ ਭਾਈ ਏਦਾਂ ਦੇ ਬਣੋ, ਜੀਓ ਨਿਰਮਲ ਬਾਹਰੋਂ ਨਿਰਮਲ। ਹੁਣ ਪਹਿਲੇ ਕਿਸਮ ਦੇ ਵਿਅਕਤੀਆਂ ਦਾ ਤੇ ਦੂਜੇ ਕਿਸਮ ਦੇ ਵਿਅਕਤੀਆਂ ਦਾ ਅਸਲ ਫਰਕ ਕਿੱਥੋਂ ਆਉਂਦਾ ਹੈ? ਉਹ ਸ਼ੁਰੂ ਦੇ ਵਿੱਚ ਹੀ ਸਤਿਗੁਰੂ ਨੇ ਦੱਸ ਦਿੱਤਾ ਹੈ, ਸਤਿਗੁਰ ਤੇ ਕਰਨੀ ਕਮਾਣ। ਸਪਸ਼ਟ ਹੈ ਕਿ ਇਹ ਅਵਸਥਾ ਸਤਿਗੁਰੂ ਦੀ ਸ਼ਰਨ ਦੇ ਵਿੱਚ ਪਿਆ ਹੀ ਪ੍ਰਾਪਤ ਹੋ ਸਕਦੀ ਹੈ। ਉਹਦੇ ਉਪਦੇਸ਼ ਦੇ ਉੱਤੇ ਹੀ ਤੁਰਿਆ ਸਾਨੂੰ ਪ੍ਰਾਪਤ ਹੋ ਸਕਦੀ ਹੈ, ਜਿਹੜੀ ਕਿ ਜੀਓ ਨਿਰਮਲ ਬਾਹਰੋਂ ਨਿਰਮਲ ਦੀ ਅਵਸਥਾ। ਆਪਣੀ ਸਿਆਣਪ ਤੇ ਜੁਗਤ ਨਾਲ ਅਸੀਂ ਨਹੀਂ ਕਰ ਸਕਦੇ। ਆਪਣੀ ਸਿਆਣਪ ਤੇ ਜੁਗਤ ਜਦੋਂ ਅਸੀਂ ਵਰਤੀ, ਉਦੋਂ ਅਸੀਂ ਬਾਹਰੋਂ ਪਵਿੱਤਰਤਾ ਦਿਖਣੇ ਸ਼ੁਰੂ ਹੋ ਗਏ, ਪਰ ਅੰਦਰੋਂ ਅਸੀਂ ਮੈਲੇ ਰਹਿ ਗਏ। ਜਦੋਂ ਅਸੀਂ ਗੁਰੂ ਦੀ ਜੁਗਤ ਦੱਸੀ ਜਿਹੜੀ ਹੈ, ਉਹਦੇ ਉੱਤੇ ਤੁਰਨਾ ਸ਼ੁਰੂ ਕੀਤਾ, ਗੁਰੂ ਦੇ ਉਪਦੇਸ਼ ਉੱਤੇ ਪੈ ਕੇ, ਉਹਦੀ ਸ਼ਰਨ ਵਿੱਚ ਪੈ ਕੇ, ਗੁਰੂ ਦੀ ਸਿੱਖਿਆ ਤੇ ਚੱਲਣਾ ਸ਼ੁਰੂ ਕੀਤਾ, ਤੇ ਫਿਰ ਇਹ ਅਵਸਥਾ ਆਈ ਜੀਓ ਨਿਰਮਲ ਬਾਹਰੋਂ। ਤਾਂ ਫਰਕ ਦੋਵਾਂ ਅਵਸਥਾਵਾਂ ਦਾ ਇਹ ਹੈ ਕਿ ਜਦੋਂ ਮਨੁੱਖ ਪੂਰੀ ਤਰ੍ਹਾਂ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਵੇ, ਉਹਦੇ ਉਪਦੇਸ਼ ਨੂੰ ਧਾਰਨ ਕਰੇ ਔਰ ਆਪਣੇ ਜੀਵਨ ਦੇ ਵਿੱਚ ਉਹਨੂੰ ਢਾਲ ਲਵੇ, ਸਤਿਗੁਰ ਤੇ ਕਰਨੀ ਕਮਾਣੀ, ਆਪਣਾ ਕੈਰੈਕਟਰ ਉਹ ਬਣਾਵੇ ਜਿਹੜਾ ਗੁਰੂ ਸਾਨੂੰ ਦੱਸਦਾ ਹੈ। ਆਪਣੇ ਕਰਮ, ਇੱਕ ਇੱਕ ਜੀਵਨ ਦਾ ਕਰਮ ਜੋ ਹੈ, ਉਹ ਸਤਿਗੁਰੂ ਕਹਿੰਦੇ ਹਨ ਕਿ ਉਹੋ ਜਿਹਾ ਕਰੇ ਜੈਸਾ ਕਿ ਸਤਿਗੁਰੂ ਦੀ ਸਿੱਖਿਆ ਸਾਨੂੰ ਦੱਸਦੀ। ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਬਈ ਜਦੋਂ ਤੱਕ ਅਸੀਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਪੈਂਦੇ ਔਰ ਸ਼ਰਨ ਦੇ ਵਿੱਚ ਪੈ ਕੇ ਸਮੁੱਚੇ ਜੀਵਨ ਦੀ ਕਰਨੀ ਜੋ ਹੈ ਉਹੋ ਜਿਹੀ ਨਹੀਂ ਬਣਾਉਂਦੇ ਜਿਹੜੀ ਸਾਨੂੰ ਸਤਿਗੁਰੂ ਨੇ ਕਿਹਾ ਹੈ। ਹੁਣ ਕਰਨੀ ਦਾ ਅਰਥ ਸਿਰਫ ਇਹ ਨਹੀਂ ਕਿ ਅਸੀਂ ਧਾਰਮਿਕ ਕਰਮ ਕਰਨ ਲੱਗਿਆ, ਗੁਰੂ ਦੀ ਸਿੱਖਿਆ ਦੇ ਉੱਤੇ ਅਮਲ ਕਰ ਲਿਆ, ਸਗੋਂ ਜੀਵਨ ਦੇ ਹਰ ਪੱਖ ਦੇ ਵਿੱਚ ਜੋ ਗੁਰੂ ਦਾ ਉਪਦੇਸ਼ ਹੈ, ਗੁਰੂ ਦੀ ਸਿੱਖਿਆ ਹੈ, ਸਾਡੇ ਜੀਵਨ ਦਾ ਹਰ ਪੱਖ, ਚਾਹੇ ਉਹ ਪਰਿਵਾਰਕ ਹੈ, ਵਿਹਾਰਕ ਹੈ, ਸੰਸਾਰਕ ਹੈ, ਹਰ ਪੱਖ ਤੋਂ ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਢਾਲਾਂਗੇ, ਜੀਵਨ ਨੂੰ ਗੁਰੂ ਦੇ ਉਪਦੇਸ਼ ਦੇ ਮੁਤਾਬਕ ਬਣਾਵਾਂਗੇ,
ਤੇ ਤਾਂ ਇਹ ਅਵਸਥਾ ਹੈ। ਇਸੇ ਗੱਲ ਨੂੰ ਸਤਿਗੁਰੂ ਜੀ ਨੇ ਇੱਕ ਵਾਰੀ ਫੇਰ ਅੱਗੇ ਜਾ ਕੇ ਸਟ੍ਰੈਸ ਕੀਤਾ ਹੈ, ਜਿਹਦਾ ਹੈ ਕਿ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਹੁਣ ਇੱਥੇ ਸਦਾ ਰਹੇ ਦਾ ਵੀ ਅਰਥ ਇਹ ਹੈ ਕਿ ਇਹ ਜੀਵਨ ਦੇ ਹਰ ਪੱਖ ਦੇ ਵਿੱਚ ਸਾਡੇ ਗੁਰੂ ਦਾ ਉਪਦੇਸ਼ ਲਾਗੂ ਹੋਣਾ ਚਾਹੀਦਾ ਹੈ। ਇਹ ਨਹੀਂ ਹੈ ਕਿ ਧਾਰਮਿਕ ਕਰਮ ਅਸੀਂ ਗੁਰੂ ਦੇ ਕਹੇ ਮੁਤਾਬਕ ਕਰ ਲਏ, ਬਾਹਰੀ ਕਰਮ ਕਰ ਲਏ, ਪਰ ਅੰਦਰੋਂ ਨਹੀਂ ਕੀਤੇ, ਸਾਡੇ ਜੀਵਨ ਦਾ, ਸਾਡੀ ਕਰਨੀ, ਸਾਡਾ ਕਰੈਕਟਰ ਉਹ ਜਿਹਾ ਨਹੀਂ ਬਣਿਆ, ਤੇ ਫਿਰ ਇਹ ਸਦਾ ਰਹੇ ਵਾਲੀ ਕਸਵੱਟੀ ਤੇ ਅਸੀਂ ਪੂਰੇ ਨਹੀਂ ਉਤਰ ਸਕਦੇ। ਇਸੇ ਕਰਕੇ ਜਿਹੜੀ ਇਹ ਅਵਸਥਾ ਸਤਿਗੁਰੂ ਜੀ ਕਿਹਾ ਹੈ ਕਿ ਜੀਓ ਨਿਰਮਲ ਬਾਹਰੋਂ ਨਿਰਮਲ, ਇਹ ਉਹ ਅਵਸਥਾ ਹੈ ਜਦੋਂ ਮਨੁੱਖ ਦਾ ਮਨ ਵੀ ਪਵਿੱਤਰ ਹੈ, ਬਾਹਰੋਂ ਵੀ ਪਵਿੱਤਰ ਹੈ। ਅਸੀਂ ਕਈਆਂ ਬਾਰੇ ਸੁਣਦੇ ਹਾਂ ਕਿ ਭਾਈ ਉਹ ਫਲਾਣਾ ਅੰਦਰੋਂ ਬੜਾ ਪਵਿੱਤਰ ਹੈ, ਪਰ ਬਾਹਰੋਂ ਉਹਦੇ ਜੀਵਨ ਦੇ ਵਿੱਚ ਦੁਨੀਆ ਨਾਲ ਵਰਤਾਰਾ ਦੇਖ ਕੇ ਸਾਨੂੰ ਇਹ ਪਤਾ ਨਹੀਂ ਲੱਗਦਾ ਕਿ ਉਹਦੀ ਅਵਸਥਾ ਕਿੰਨੀ ਕੁ ਉੱਚੀ ਹੈ। ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਈ ਵਾਰੀ ਸੁਣਦੇ ਹਾਂ, ਪਰ ਸਤਿਗੁਰੂ ਜੀ ਇੱਥੇ ਕਹਿ ਰਹੇ ਹਨ ਕਿ ਅਜਿਹੇ ਵਿਅਕਤੀ ਸਿਰਫ ਅੰਦਰੋਂ ਹੀ ਪਵਿੱਤਰ ਨਹੀਂ ਹੁੰਦੇ, ਇਹ ਬਾਹਰੋਂ ਵੀ ਇਹਨਾਂ ਦਾ ਦੁਨੀਆ ਦੇ ਨਾਲ ਵਰਤਾਰਾ, ਹਰ ਵਿਅਕਤੀ ਨਾਲ ਜੀਵਨ ਦੇ ਵਿੱਚ ਵਰਤਾਰਾ ਜਿਹੜਾ ਹੈ, ਉਹਨਾਂ ਦੀ ਜੋ ਕਰਨੀ ਹੈ ਉਹ ਸਤਿਗੁਰੂ ਦੇ ਅਨੁਸਾਰ ਹੀ ਹੋਵੇ। ਸਦਾ ਰਹਿਣ ਦਾ ਅਰਥ ਇਹੀ ਹੈ ਕਿ ਉਹ ਬਾਹਰੀ ਤੌਰ ਦੇ ਉੱਤੇ ਵੀ ਗੁਰੂ ਦੀ ਸ਼ਰਨ ਦੇ ਵਿੱਚ, ਗੁਰੂ ਦੇ ਉਹਦੇ ਉਪਦੇਸ਼ ਦੇ ਮੁਤਾਬਕ ਦੁਨੀਆ ਦੇ ਨਾਲ ਜੋ ਵਰਤਾਰਾ ਹੈ ਉਹ ਉੱਥੋਂ ਪ੍ਰਗਟ ਹੋਏਗਾ, ਤੇ ਉਹਨਾਂ ਦੇ ਅੰਦਰ ਵੀ ਉਹ ਪਵਿੱਤਰਤਾ ਹੋਵੇਗੀ, ਤੇ ਅੰਦਰ ਵੀ ਉਹ ਪ੍ਰਭੂ ਦੇ ਨਾਲ ਜੁੜਿਆ ਹੋਵੇਗਾ। ਜਿਵੇਂ ਬਾਹਰੋਂ ਪਵਿੱਤਰ ਹੈ ਉਸ ਤਰ੍ਹਾਂ ਅੰਦਰ ਵੀ ਪਵਿੱਤਰ ਹੈ। ਤਾਂ ਸਤਿਗੁਰੂ ਜੀ ਨੇ ਇੱਥੇ ਜੋ ਸਾਨੂੰ ਭੇਦ ਦੱਸਿਆ ਹੈ, ਉਹਨੂੰ ਅਗਰ ਪਿਛਲੀ ਪੌੜੀ ਦੇ ਵਿੱਚ ਜੋ ਅਵਸਥਾ ਡਿਸਕ੍ਰਾਈਬ ਕੀਤੀ ਸੀ, ਜਾਂ ਇਸ ਤੋਂ ਪਹਿਲੀ ਇਹ 2 ਪੌੜੀਆਂ ਦੇ ਵਿੱਚ ਜੋ ਸਤਿਗੁਰੂ ਜੀ ਨੇ ਅਵਸਥਾ ਸਾਨੂੰ ਦੱਸੀ ਹੈ, ਉਹਦੇ ਨਾਲ ਕੰਪੇਅਰ ਕਰੀਏ ਤੇ ਸਾਨੂੰ ਬਿਲਕੁਲ ਜਿਹੜਾ ਹੈ ਉਹ ਸਪਸ਼ਟ ਹੋ ਜਾਂਦਾ ਹੈ। ਪਹਿਲੇ ਕੀ ਸੀਗਾ ਕਿ ਸਹਿਸਾ ਸੀ, ਜੀਓ ਮਲੀਨ ਸੀ, ਤ੍ਰਿਸ਼ਨਾ ਵੱਡਾ ਰੋਗ ਲੱਗਾ ਹੋਇਆ ਸੀ, ਉਹ ਕੂੜੇ ਲਾਗੇ ਦੀ ਅਵਸਥਾ ਸੀ। ਤੇ ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਹੈਲੋ, पिछला 2 सेंटेंस दोबारा बोलो, आवाज बिल्कुल बंद हो गई सी। ਹੁਣ ਆ ਰਹੀ ਹੈ ਜੀ? हाँ जी चल रही है पर विचकार बंद सी। ਹਾਂਜੀ, तो ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਸਤਿਗੁਰੂ ਦੀ ਕਰਨੀ ਕਮਾਉਣ ਦੇ ਨਾਲ ਜਿਹੜੀ ਇਹ ਅਵਸਥਾ ਆਈ ਹੈ, ਉਦੋਂ ਜੋ ਸਹਿਸੇ ਹਨ, ਜੀਓ ਮਲੀਨ ਦੀ ਅਵਸਥਾ ਪਿਛਲੀਆਂ 2 ਪੌੜੀਆਂ ਵਿੱਚ ਸਤਿਗੁਰੂ ਜੀ ਨੇ ਡਿਸਕ੍ਰਾਈਬ ਕੀਤੀ ਸੀ। ਤ੍ਰਿਸ਼ਨਾ ਵੱਡਾ ਰੋਗ ਦੀ ਅਵਸਥਾ ਸੀ ਜਾਂ ਕੂੜਾ ਲਾਗੇ ਦੀ ਅਵਸਥਾ ਸੀ। ਹੁਣ ਕੀ ਹੋ ਗਿਆ ਕਿ ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਫਿਰ ਉਹ ਮਨ ਦੇ ਫੁੱਲਨੇ ਜਿਹੜੇ ਸਹਿਸੇ ਵਾਲੇ ਸਨ, ਮਾਇਆ ਦੇ ਨਾਲ ਲੱਗੇ ਹੋਏ ਸਨ, ਉਹ ਹੁਣ ਮਨਸਾ ਵੀ ਜਿਹੜੀ ਹੈ, ਮਾਇਆ ਦੇ ਫੁੱਲਨੇ ਵੀ ਖਤਮ ਹੋ ਕੇ ਸੱਚ ਦਾ ਰੂਪ ਲੈ ਗਏ, ਸੱਚ ਸਮਾਣੀ ਹੋ ਗਏ। ਭਾਵ ਸਤਿਗੁਰੂ ਦੀ ਦੱਸੀ ਹੋਈ ਕਰਨੀ ਕਮਾਉਣ ਦੇ ਨਾਲ ਇਹ ਅਵਸਥਾ ਆ ਗਈ। ਤੇ ਇਹਨਾਂ ਨੂੰ ਸਤਿਗੁਰੂ ਜੀ ਨੇ ਅੰਤ ਵਿੱਚ ਕਿਹਾ ਹੈ ਕਿ ਭਲੇ ਸੇਵ ਵਣਜਾਰੇ। ਇਹ ਜਿਹੇ ਜਿਹੜੇ ਵਪਾਰੀ ਹਨ, ਜਿਨ੍ਹਾਂ ਨੇ ਜੀਵਨ ਦੀ ਵੱਖਰ ਦੇ ਕੇ ਜਨਮ ਦਾ ਰਤਨ ਭਾਵ ਆਨੰਦ ਸਹਿਜ ਪ੍ਰਭੂ ਦੇ ਨਾਲ ਇਕਸੁਰਤਾ ਜੋ ਹੈ, ਪ੍ਰਭੂ ਨਾਲ ਮਿਲਾਪ ਦੀ ਅਵਸਥਾ ਉਹ ਪ੍ਰਾਪਤ ਕੀਤੀ ਹੈ, ਉਹਨਾਂ ਨੂੰ ਸਤਿਗੁਰੂ ਜੀ ਨੇ ਕਿਹਾ ਹੈ ਭਲੇ ਸੇਵ ਵਣਜਾਰੇ। ਕਿਉਂ? ਕਿਉਂਕਿ ਜਨਮ ਰਤਨ ਜਿਨੀ ਖੱਟਿਆ, ਕਿਉਂਕਿ ਉਹ ਆਪਣੇ ਜਨਮ ਦੇ ਵਿੱਚ ਜੋ ਉਹਨਾਂ ਨੂੰ ਪੂੰਜੀ ਪ੍ਰਾਪਤ ਹੋਈ ਸੀ, ਉਹਨੂੰ ਵਿਹਾਜ ਕੇ ਉਹਨਾਂ ਨੇ ਉਹ ਚੀਜ਼ ਪ੍ਰਾਪਤ ਕਰ ਲਈ ਜਿਹੜੀ ਇਸ ਜਨਮ ਦਾ ਸਭ ਤੋਂ ਵੱਡਾ ਰਤਨ ਹੈ। ਪਰ ਇਸ ਜਨਮ ਦੇ ਰਤਨ ਨੂੰ ਖੱਟਣ ਦਾ ਜੋ ਅਸਲ ਰਾਹ ਹੈ, ਉਹ ਸਤਿਗੁਰੂ ਜੀ ਨੇ ਇੱਥੇ ਸਪਸ਼ਟ ਕੀਤਾ ਹੈ, ਸਤਿਗੁਰ ਤੇ ਕਰਨੀ ਕਮਾਣੀ। ਭਾਵ ਸਾਡੀ ਇਹ ਅਵਸਥਾ ਕੇਵਲ ਉਦੋਂ ਹੀ ਪੈਦਾ ਹੋ ਸਕਦੀ ਹੈ ਜਦੋਂ ਅਸੀਂ ਗੁਰੂ ਦੀ ਸ਼ਰਨ ਪਾਵਾਂਗੇ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਾਂਗੇ, ਔਰ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਨ ਤੋਂ ਬਾਅਦ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਹ ਕਰਨੀ ਕਮਾਈ ਆਪਣੀ ਉਹੋ ਜਿਹੀ ਬਣਾਵਾਂਗੇ ਜਿਹੜੀ ਸਤਿਗੁਰੂ ਜੀ ਨੇ ਸਾਨੂੰ ਦੱਸੀ ਹੈ। ਫਿਰ ਜੀਓ ਨਿਰਮਲ ਬਾਹਰੋਂ ਨਿਰਮਲ ਦੀ ਅਵਸਥਾ ਉਹ ਸਾਨੂੰ ਪ੍ਰਾਪਤ ਹੋ ਸਕਦੀ ਹੈ। ਤੋ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਅੱਜ ਬਹੁਤ ਸਾਰੀ ਡਿਸਟਰਬੈਂਸ ਹੋਈ ਹੈ, ਜਿਹਦੇ ਵਾਸਤੇ ਮੈਂ ਆਪ ਸਭ ਪਾਸੋਂ ਖਿਮਾ ਮੰਗਦਾ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਵੀਰ ਪ੍ਰੀਤਮ ਸਿੰਘ ਜੀ।
ਆਪ ਜੀ ਨੇ 2 ਪੌੜੀਆਂ ਦੇ ਵਿਚਾਰ ਅੱਜ ਸਾਡੇ ਨਾਲ ਸਾਂਝੀ ਕੀਤੀ ਹੈ। ਵਿਚਾਰ ਕਰਨ ਦਾ ਮਕਸਦ, ਬਾਣੀ ਪੜ੍ਹਨ ਦਾ ਮਕਸਦ, ਪਾਠ ਕਰਨ ਦਾ ਮਕਸਦ, ਕੀਰਤਨ ਕਰਨ ਦਾ ਮਕਸਦ ਸਪਸ਼ਟ ਗੁਰੂ ਸਾਹਿਬ ਜੀ ਨੇ ਕੀਤਾ ਹੈ। ਆਨੰਦ ਤੱਕ ਪਹੁੰਚਣ ਦੇ ਲਈ ਇਹ ਕਰਮ ਦਿਖਾਵੇ ਦੇ ਨਹੀਂ ਹਨ। ਇਹਨਾਂ ਕਰਮਾਂ ਨੂੰ ਕੇਵਲ ਬਾਹਰੀ ਤੌਰ ਤੇ ਦਿਖਾਵਾ ਕਰਕੇ ਕਰਨ ਦੇ ਨਾਲ ਆਨੰਦ ਤੱਕ ਨਹੀਂ ਪਹੁੰਚਿਆ ਜਾ ਸਕਦਾ। ਜਦ ਤੱਕ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਸਾਡੀ ਗੁਰਮਤਿ ਦੀ ਰਹਿਣੀ ਨਹੀਂ ਆਉਂਦੀ, ਉਦੋਂ ਤੱਕ ਨਿਰਮਲਤਾ ਤੇ ਉਸ ਸਿਖਰ ਨੂੰ ਛੂਹਿਆ ਨਹੀਂ ਜਾ ਸਕਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਕਰੀਏ ਕੁਝ ਹੋਰ ਤੇ ਕਹੀਏ ਕੁਝ ਹੋਰ, ਫਿਰ ਗੱਲ ਬਣਦੀ ਨਹੀਂ। ਅਸਲ ਵਿੱਚ ਬਾਹਰੋਂ ਤੇ ਜੀਓਂ 2 ਚੀਜ਼ਾਂ ਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ। ਕੇਵਲ ਬਾਹਰੀ ਰਹਿਤ ਨਹੀਂ ਤੇ ਕੇਵਲ ਅੰਦਰਲੀ। ਕਈ ਵਾਰੀ ਅਸੀਂ ਇਹ ਕਹਿੰਦੇ ਨੇ ਸਾਡਾ ਦਿਲ ਬੜਾ ਸਾਫ਼ ਹੈ, ਅਸੀਂ ਕਦੀ ਝੂਠ ਨਹੀਂ ਬੋਲਿਆ, ਅਸੀਂ ਤਾਂ ਬੜਾ ਗੁਰੂ ਦਾ ਹੁਕਮ ਮੰਨਦੇ ਹਾਂ, ਸਾਨੂੰ ਕੀ ਲੋੜ ਹੈ ਖੰਡੇ ਬਾਟੇ ਦੀ ਪਹੁਲ ਲੈਣ ਦੀ। ਪਰ ਇੱਥੇ ਗੁਰੂ ਸਾਹਿਬ ਜੀ ਨੇ ਜੀਓਂ ਤੇ ਬਾਹਰੋਂ ਦੋਨਾਂ ਦਾ ਜ਼ਿਕਰ ਕੀਤਾ ਹੈ। ਜੀ ਦੀ ਨਿਰਮਲਤਾ ਜਦੋਂ ਹੋਣੀ ਹੈ, ਅੰਦਰ ਬਾਣੀ ਵਸਣ ਨਾਲ ਹੋਣੀ ਹੈ, ਤੇ ਬਾਹਰਲੀ ਨਿਰਮਲਤਾ ਗੁਰੂ ਦਾ ਰੱਖੀ ਦੱਸੀ ਰਹਿਣੀ ਬਹਿਣੀ ਨਾਲ ਹੋਣੀ ਹੈ, ਉਹ ਵੀ ਜ਼ਰੂਰੀ ਹੈ। ਦੋਨੇ ਪੱਖ ਸਾਡੇ ਹੋਣਗੇ ਤਾਂ ਕੰਪਲੀਟ ਜੀਵਨ ਬਣੇਗਾ, ਨਹੀਂ ਤਾਂ ਨਹੀਂ ਬਣ ਸਕਦਾ। ਜਿਨ੍ਹਾਂ ਦੇ ਮਨ ਵਿੱਚ, ਬਚਨ ਵਿੱਚ, ਕਰਮ 'ਚ ਇਕਸਾਰਤਾ ਨਹੀਂ ਹੁੰਦੀ, ਉਹ ਹਮੇਸ਼ਾ ਹੀ ਜੀਵਨ ਦੀ ਬਾਜੀ ਹਾਰ ਕੇ ਜਾਂਦੇ ਹਨ। ਉਹ ਮੂੰਹ ਤੋਂ ਕੁਝ ਹੋਰ ਬੋਲਦੇ ਨੇ ਤੇ ਦਿਲ ਵਿੱਚ ਉਹਨਾਂ ਦੇ ਕੁਝ ਹੋਰ ਹੁੰਦਾ ਹੈ। ਸਤਿਗੁਰੂ ਜੀ ਨੇ ਬਾਣੀ ਅੰਦਰ ਬਾਰ-ਬਾਰ ਇਹ ਗੱਲਾਂ ਸਮਝਾਈਆਂ ਨੇ। ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁ ਭਾਂਤ ਕਰ। ਮਾੜਾ ਕਰਮ ਤਾਂ ਨਹੀਂ ਸੀ ਗਾਣਾ। ਰਾਗਾਂ ਰਾਗ ਨਾਲ, ਨਾਦ ਨਾਲ, ਵੇਦ ਬਹੁ ਭਾਂਤ, ਬੜੇ ਤਰੀਕਿਆਂ ਨਾਲ। ਕੋਈ ਮਾੜਾ ਕਰਮ ਨਹੀਂ ਹੈ, ਚੰਗਾ ਕਰਮ ਸੀ। ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁ ਭਾਂਤ ਕਰ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੇ। ਬਾਹਰੋਂ ਅੱਖਾਂ 'ਚੋਂ ਅਥਰੂ ਵੀ ਅਸੀਂ ਸੁੱਟ ਲੈਂਦੇ ਹਾਂ, ਕਈ ਵਾਰੀ ਵਿਰਾਗ ਦੀ ਗੱਲ ਕਰਦੇ ਹਾਂ, ਕਿਉਂਕਿ ਹਰ ਕਰਤਾ ਸਭ ਵਿੱਚ ਜਾਣਦਾ, ਸਿਰ ਰੋਗ ਹੱਥ ਭੀਜੇ। ਕਰਤਾ ਤਾਂ ਸਾਰਾ ਕੁਝ ਜਾਣਦਾ ਹੈ, ਉਹ ਤੋਂ ਥੋੜੀ ਅਸੀਂ ਹੇਰਾਫੇਰੀ ਕਰ ਸਕਦੇ ਹਾਂ, ਦੁਨੀਆ ਕੋ ਛੁਪਾ ਸਕਦੇ ਹਾਂ, ਲੋਕਾਂ ਨਾਲ ਠੱਗੀਆਂ ਮਾਰ ਸਕਦੇ ਹਾਂ, ਲੇਕਿਨ ਪਰਮਾਤਮਾ ਤੋਂ ਨਹੀਂ। ਨਾਲ ਪਾਤਸ਼ਾਹ ਕਹਿੰਦੇ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਲੀਜੈ। ਹੁਣ ਹਿਰਦੇ ਸ਼ੁੱਧ ਦੀ ਗੱਲ ਜੀਵ ਨਿਰਮਲ ਦੀ ਹੈ, ਬਾਹਰੋਂ ਨਿਰਮਲ ਦੀ ਗੱਲ ਵੀ ਕੀਤੀ ਹੈ। ਦੂਜੇ ਪਾਸੇ ਗੁਰੂ ਸਾਹਿਬ ਜੀ ਨੇ ਇੱਕ ਹੋਰ ਰਾਮਕਲੀ ਰਾਗ 'ਚ ਬਚਨ ਕੀਤਾ, ਕਹਿੰਦੇ ਮੁਖ ਤੇ ਪੜ੍ਹਤਾ ਟੀਕਾ ਸਹਿਤ। ਅਰਥ ਕਰਕੇ, ਵਿਆਖਿਆ ਕਰਕੇ ਸਾਡੇ ਵਾਂਗੂ ਪੜ੍ਹ ਲਿਆ, ਸੁਣਾ ਲਿਆ। ਹਿਰਦੇ ਰਾਮ ਨਹੀਂ ਪੂਰਨ ਰਹਿਤ, ਨਾ ਹਿਰਦੇ 'ਚ ਰਾਮ ਨਾ ਰਹਿਤ। ਉਪਦੇਸ਼ ਕਰੇ ਕਰ ਲੋਕ ਦਿੜਾਵੇ, ਆਪਣਾ ਕਿਹਾ ਆਪ ਨਾ ਕਮਾਵੇ। ਪੰਡਤ वेद विचार पंडित, मन का क्रोध निवार पंडित। आगे राख्यो सारग राम, मन कीनो दै दिश विश्राम। तिलक चढ़ावे पाई पाए, लोक पचारा अंध कमाए। ਰਾਮਕਲੀ ਰਾਗ 'ਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ, ਕਈ ਵਾਰੀ ਹੁਕਮ ਦੇ ਤੌਰ ਤੇ ਵੀ ਆ ਜਾਂਦਾ ਹੈ। ਮੁਖ ਤੇ ਪੜ੍ਹਤਾ ਟੀਕਾ ਸਹਿਤ। ਗੁਰੂ ਸਾਹਿਬ ਜੀ ਨੇ ਤਸਵੀਰ ਸਾਡੇ ਸਾਹਮਣੇ ਖਿੱਚ ਕੇ ਰੱਖ ਦਿੱਤੀ ਹੈ। ਥੋੜੀ ਬਹੁਤੀ ਵੀ ਗੁੰਜਾਇਸ਼ ਸਤਿਗੁਰੂ ਜੀ ਨੇ ਬਖਸ਼ੀ। ਸ਼੍ਰੀ ਫਰੀਦ ਜੀ ਨੂੰ ਪੁੱਛ ਕੇ ਦੇਖ ਲਓ, ਉਹ ਵੀ ਇਹ ਗੱਲ ਕਹਿੰਦੇ ਨੇ ਫਰੀਦਾ ਕਰ ਮਸਾਲਾ ਸੂਫ ਗੱਲ, ਦਿਲ ਕਾਤੀ ਗੁਰਵਾਤ, ਬਾਹਰ ਦਿਸੇ ਚਾਨਣਾ ਤੇ ਦਿਲ ਅੰਧਿਆਰੀ ਰਾਤ। ਦਿਲ ਅੰਧਿਆਰੀ ਰਾਤ ਵਰਗਾ ਹਨੇਰਾ, ਬਾਹਰ ਬੜਾ ਚਾਨਣਾ ਕਰਕੇ ਦਿਖਾਤਾ ਲੋਕਾਂ ਲਈ ਅਸੀਂ। ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਲੋਵਸ ਪਾਣੀ। ਭਲਿਆ ਕਈ ਪਾਣੀ ਨੂੰ ਰਿੜਕਦਾ ਹੈ, ਪਾਣੀ ਨੂੰ ਰਿੜਕਣ ਨਾਲ ਕੀ ਬਣੇਗਾ? ਇਹ ਅਵਸਥਾ ਮਨੁੱਖ ਦਾ ਕੁਝ ਸਵਾਰ ਨਹੀਂ ਸਕਦੀ। ਪਾਣੀ ਰਿੜਕਣ ਨਾਲ ਮੱਖਣ ਨਹੀਂ ਆਣਾ।
ਸਾਰੀ ਇਸ ਅਵਸਥਾ ਦਾ ਮੂਲ ਕਾਰਨ ਤ੍ਰਿਸ਼ਨਾ ਹੈ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਹੈ। ਕਾਰਨ ਕੀ ਹੈ ਅਵਸਥਾ ਦਾ? ਤ੍ਰਿਸ਼ਨਾ। ਤ੍ਰਿਸ਼ਨਾ ਦੁਨਿਆਵੀ ਪਦਾਰਥਾਂ ਦੀ ਭੁੱਖ ਦਾ ਭੋਗਾਂ ਤੋਂ ਛੁਟਕਾਰਾ ਹੋਣ ਦਿੰਦੀ ਹੈ ਦੁਨੀਆ ਦੇ, ਤੇ ਨਾ ਹੀ ਸਾਡੀ ਹੋਰ ਪਦਾਰਥਾਂ ਦੀ ਭੁੱਖ ਨੂੰ ਮੁੱਕਣ ਦਿੰਦੀ ਹੈ। ਤ੍ਰਿਸ਼ਨਾ ਇਹੋ ਜਿਹੀ ਚੀਜ਼ ਹੈ। ਤੇ ਇਹ ਫਿਰ ਇਹ ਜਿਹੜੀ ਤ੍ਰਿਸ਼ਨਾ ਜਿਹੜੀ ਹੈ ਇਹ ਅਵਸਥਾ ਸਾਡੀ ਗੁਰੂ ਪਾਤਸ਼ਾਹ ਨੇ ਭੂਤਰਿਆਂ ਬਾਰੇ ਕੀ ਬੇਤਾਲੇ ਦੀ ਗੱਲ ਕੀਤੀ, ਤਾਲ ਤੋਂ ਖੁੰਝੀ ਹੋਈ ਜੀ ਗੱਲ ਦਾ ਜ਼ਿਕਰ ਕਰ ਦਿੱਤਾ। ਫਿਰ ਜੀਵਨ ਸਾਡਾ ਤਾਲ ਤੋਂ ਖੁੰਝਿਆ ਹੋਇਆ ਹੈ। ਕਦੀ ਗਾਇਕੀ ਵਿੱਚ ਸੁਰ ਤਾਲ ਟੁੱਟ ਜਾਏ ਨਾ, ਤੇ ਸਰੋਤਾ ਕਿੰਨੀਆਂ ਕਿ ਜ਼ਬਾਨ ਤੋਂ ਗੱਲਾਂ ਬੋਲਦਾ ਹੈ, ਪੁੱਛੋ ਕੁਛ ਨਾ। ਕਿਉਂ ਕਹਿੰਦਾ ਇਹਦਾ ਤਾਲ ਹੀ ਨਹੀਂ ਆਉਂਦੀ, ਤਾਂ ਵਜਾਣਾ ਹੀ ਨਹੀਂ ਆਉਂਦਾ, ਇਹਨੇ ਕੀ ਕਰਨਾ ਸੁਣ ਕੇ। ਬਸ ਇਹੋ ਹੀ ਹੈ ਸਾਡੇ ਜੀਵਨ ਦਾ। ਤੇ ਗੁਰੂ ਨੇ ਇਸ ਜੀਵਨ ਨੂੰ ਕੀ ਕਰਨਾ ਹੈ ਜਿਸ ਜੀਵਨ ਵਿੱਚ ਤਾਲ ਹੀ ਨਹੀਂ ਹੈ, ਬੇਤਾਲਾ ਹੀ ਹੋ ਗਿਆ, ਤਾਲ ਤੋਂ ਹੀ ਖੁੰਝ ਗਿਆ, ਕਮਲਾ ਹੋਇਆ ਫਿਰਦਾ। ਬਿਨ ਨਾਵੇਂ ਜਾਂ ਕਮਲਾ ਫਿਰ ਕਮਲੇ ਦੀ ਅਵਸਥਾ ਗੁਰੂ ਸਾਹਿਬ ਜੀ ਨੇ ਕੀਤੀ ਹੈ। ਤੋ ਗੁਰੂ ਸਾਹਿਬ ਜੀ ਨੇ ਜਿਹੜੀ ਗੱਲ ਸਾਨੂੰ ਸਮਝਾਈ ਹੈ, ਸੱਚ ਨੂੰ ਛੱਡ ਕੇ ਝੂਠ ਦੇ ਵਿੱਚ ਲੱਗਣ ਨਾਲ ਨਤੀਜਾ ਇਹ ਨਿਕਲਦਾ ਹੈ ਕਿ ਮਨੁੱਖ ਇਹ ਜਨਮ ਹਾਰ ਕੇ ਚਲਾ ਜਾਂਦਾ ਹੈ। ਪਰ ਨਾਲ ਹੁਣ ਕਿਹਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੁਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀ। ਦੋਨਾਂ ਦਾ ਟਾਕਰਾ ਕਰ ਦਿੱਤਾ ਹੁਣ ਗੁਰੂ ਸਾਹਿਬ ਜੀ ਨੇ। ਦਿਲੋਂ ਮੁਹੱਬਤ ਦੀ ਗੱਲ ਕੀਤੀ, ਉਹ ਸੱਚੇ ਨੇ, ਸਚਿਆਰ ਨੇ, ਉਹ ਜਿਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਉਹ ਸਤਿਗੁਰ ਤੇ ਕਰਨੀ ਕਮਾਉਂਦੇ ਨੇ। ਕੇਵਲ ਦਿਖਾਵੇ ਮਾਤਰ ਧਰਮ ਨਹੀਂ ਕਮਾਇਆ ਜਾਂਦਾ, ਨਾ ਹੀ ਦਿਖਾਵੇ ਮਾਤਰ ਧਰਮ ਕਮਾਉਣ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਹੈ। ਸਤਿਗੁਰ ਜੀ ਨੇ ਬਾਹਰੋਂ ਨਿਰਮਲ ਤੇ ਜਿਉ ਨਿਰਮਲ ਵਾਲਿਆਂ ਨੂੰ ਭਲੇ ਵੰਜਾਰੇ ਆਖ ਕੇ ਗੱਲ ਕੀਤੀ ਹੈ। ਭਲੇ ਸੇ ਵੰਜਾਰੇ, ਉਹ ਵਪਾਰੀ ਚੰਗੇ ਨੇ। ਉਹਨਾਂ ਦੇ ਵਿੱਚ ਮਨ ਦੀ, ਤਨ ਦੀ, ਆਹਾਰ ਦੀ, ਵਿਹਾਰ ਦੀ, ਆਚਾਰ ਦੀ, ਬਚਨ ਦੀ, ਇਹ ਸਭ ਕਰਕੇ ਮਨ ਸ਼ੁੱਧ ਹੁੰਦਾ ਹੈ। ਦੇਖੋ ਕਿੰਨੀਆਂ ਗੁਰੂ ਸਾਹਿਬ ਦੀ ਗੱਲਾਂ ਸਮਝਾਉਂਦੇ ਨੇ। ਆਚਾਰ ਦੀ, ਵਿਹਾਰ ਦੀ, ਮਨ ਦੀ, ਤਨ ਦੀ, ਬਚਨ ਦੀ, ਸਾਰੀ ਉਹਨਾਂ ਦੇ ਵਿੱਚ ਸ਼ੁੱਧੀ ਹੁੰਦੀ ਹੈ। ਤੇ ਮਲੀਨਤਾ ਦਾ ਮੁੱਢ ਜਿਹੜਾ ਹੈ ਉਹ ਮਨ ਦੀ ਅਸ਼ੁੱਧੀ ਹੈ। ਜਿੱਥੇ ਮਨ ਮੈਲਾ ਨਾ ਉੱਥੇ ਮਲੀਨਤਾ ਹੈ, ਕਿਉਂਕਿ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਜਿਸ ਮਨੁੱਖ ਦਾ ਆਹਾਰ ਸ਼ੁੱਧ, ਉਹਦੇ ਵਿਚਾਰ ਵੀ ਸ਼ੁੱਧ ਨੇ। ਜਿਸ ਦੇ ਵਿਚਾਰ ਸ਼ੁੱਧ ਹਨ, ਉਸਦਾ ਕਿਰਦਾਰ ਵੀ ਸ਼ੁੱਧ ਹੈ, ਉਹਦਾ ਕਰੈਕਟਰ ਵੀ ਉੱਚਾ ਹੈ, ਆਚਰਨ ਉੱਚਾ ਹੈ। ਜਿਸ ਮਨੁੱਖ ਨੇ ਸਤਿਗੁਰ ਦੇ ਬਚਨਾਂ ਅਨੁਸਾਰ ਰਹਿਣੀ ਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਰੱਖਿਆ, ਉੱਥੇ ਕੂੜ ਦੀ ਛੋਹ ਨਹੀਂ ਆਉਂਦੀ। ਕੂੜ ਕੀ ਸੋਏ ਪਹੁੰਚੇ ਮਾਹੀ। ਕਿਹਨਾਂ ਦੇ? ਜਿਨ੍ਹਾਂ ਨੇ ਆਪਣੇ ਕਿਰਦਾਰ ਤੇ ਵਿਹਾਰ ਵਿਚਾਰ ਦੇ ਵਿੱਚ ਕੋਈ ਫਰਕ ਨਹੀਂ ਆਉਣ ਦਿੱਤਾ, ਜਿਨ੍ਹਾਂ ਨੇ ਸਤਿਗੁਰ ਦੀ ਕਰਨੀ ਕਮਾਈ ਹੈ, ਜਿਨ੍ਹਾਂ ਨੇ ਸਤਿਗੁਰ ਦੇ ਬਚਨਾਂ ਅਨੁਸਾਰ ਕਹਿਣੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਆਉਣ ਦਿੱਤਾ, ਪੂਰਨ ਪਹਿਰਾ ਦਿੱਤਾ ਹੈ, ਉਹਨਾਂ ਨੂੰ ਕੂੜ ਦੀ ਛੋਹ ਨਹੀਂ ਆਉਂਦੀ। ਉਹ ਫਿਰ ਸੱਚ ਵਿੱਚ ਰੰਗੇ ਜਾਂਦੇ ਹਨ। ਤੇ ਗੁਰੂ ਸਾਹਿਬ ਜੀ ਨੇ ਬੜਾ ਵਧੀਆ ਸਿਧਾਂਤ ਦਿੱਤਾ ਕਿ ਗੁਰੂ ਦੀ ਅਗਵਾਈ ਲੈ ਕੇ ਨਿਰਮਲ ਕਰਨੀ ਰਾਹੀਂ ਹੀ ਆਤਮਿਕ ਆਨੰਦ ਤੱਕ, ਉਸ ਲਾਹੇ ਤੱਕ ਪਹੁੰਚਿਆ ਜਾ ਸਕਦਾ ਹੈ। ਗੁਰੂ ਕਿਰਪਾ ਕਰੇ ਇਹ ਅਗਵਾਈ ਸਤਿਗੁਰੂ ਜੀ ਅਸੀਂ ਵੀ ਲੈ ਲਈਏ ਤੇ ਸਾਡਾ ਵੀ ਲੋਕ ਸੁਖੀ ਪਰਲੋਕ ਸਿਹਲਾ ਹੋ ਜਾਏ। ਇੰਨੇ ਬੇਨਤੀਆਂ ਪ੍ਰਵਾਨ ਕਰਦੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।